ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਕੋਟ ਬ੍ਰਹਮੰਡਾ ਦੇ ਮਾਲਕ, ਜਾਗਦੀ ਜੋਤ, ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ ਜਗਤ ਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੇ ਨਿਵਾਜੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਇਓ। ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕਰ ਪਛਾਰੋ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨਮੰ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕਉ ਮੂਲ ਉਪਾੜਨ। ਧੰਨ ਧੰਨ ਕਲਗੀਧਰ ਪਿਤਾ, ਬਾਲਾ ਪ੍ਰੀਤਮ ਅੰਮ੍ਰਿਤ ਕੇ ਦਾਤੇ। ਸਰਬੰਸ ਦਾਨੀ ਕਾਦਰੇ ਹਰਕਾਰ, ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ, ਗੁਰੂ ਗੋਬਿੰਦ ਸਿੰਘ। ਹਕ ਹਕ ਅੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ। ਰੂਹ ਦਰ ਹਰ ਜਿਸਮ, ਗੁਰੂ ਗੋਬਿੰਦ ਸਿੰਘ। ਨੂਰ ਦਰ ਹਰ ਚਸ਼ਮ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ਼ਾਮ ਵੇਲੇ ਦੇ ਸੁੰਦਰ ਦੀਵਾਨ ਸਜ ਰਹੇ ਨੇ। ਅੰਮ੍ਰਿਤਮਈ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ, ਸੰਧਿਆ ਦੇ ਵੇਲੇ ਦੀ ਬਾਣੀ ਸ੍ਰੀ ਰਹਿਰਾਸ ਸਾਹਿਬ ਦਾ ਜਾਪ, ਆਰਤੀ ਆਰਤਾ ਅਰਦਾਸ ਉਪਰੰਤ ਪਾਵਨ ਮੁਖਵਾਕ ਆਪ ਜੀਆਂ ਨੇ ਬੜੇ ਹੀ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਦੇ ਪਾਵਨ ਜੋ ਗੁਰ ਇਤਿਹਾਸ ਦੀ ਲੜੀ ਚੱਲ ਰਹੀ ਹੈ, 6ਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰਗੋਬਿੰਦ ਸਵਾਰੀ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੀਵਾਂ ਦੀ ਕਲਿਆਣ ਕਰ ਰਹੇ ਨੇ। ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਜਦੋਂ ਵੀ ਆਨੰਦ ਕਾਰਜ ਹੁੰਦਾ ਹੈ, ਉਦੋਂ ਖਾਸ ਤੌਰ 'ਤੇ ਇਹ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਜਿੱਥੇ ਜੋ ਸਾਧ ਸੰਗਤ ਜੀ ਲੜਕੇ ਦਾ ਪਰਿਵਾਰ ਹੈ ਜਾਂ ਫਿਰ ਲੜਕੀ ਦਾ ਪਰਿਵਾਰ ਹੈ, ਇਹ ਦੋਵੇਂ ਹੀ ਇਹਨਾਂ ਦਾ ਇਸ਼ਟ ਜਿਹੜਾ ਹੈ ਉਹ ਇੱਕ ਹੋਣਾ ਚਾਹੀਦਾ ਹੈ। ਦੋਵੇਂ ਪਰਿਵਾਰ ਜਿਹੜੇ ਨੇ ਉਹ ਗੁਰੂ ਘਰ ਦੇ ਸ਼ਰਧਾਲੂ ਹੋਣੇ ਚਾਹੀਦੇ ਨੇ। ਜੇ ਦੋਹਾਂ ਵਿੱਚੋਂ ਇੱਕ ਵੀ ਕਿਸੇ ਹੋਰ ਦਾ ਸ਼ਰਧਾਲੂ ਨਿਕਲਿਆ, ਫਿਰ ਘਰ ਦੇ ਵਿੱਚ ਕਲੇਸ਼ ਹੋਣਾ ਲਾਜ਼ਮੀ ਹੈ। ਇਸੇ ਪ੍ਰਸੰਗ ਦੇ ਵਿੱਚ ਜੋ ਕੱਲ੍ਹ ਦੀ ਲੜੀ ਚੱਲ ਰਹੀ ਹੈ, ਭਾਈ ਸਾਹਿਬ ਭਾਈ ਜੋਧਵੀਰ ਜੀ, ਇਹਨਾਂ ਦੀ ਧਰਮ ਸੁਪਤਨੀ ਇੱਕ ਗੁਰਸਿੱਖ ਦੀ ਕੁੜੀ ਹੈ ਅਤੇ ਉਹਦੇ ਮਨ ਦੇ ਵਿੱਚ ਇਹ ਭਾਵਨਾ ਹੈ ਕਿ ਮੇਰਾ ਸਹੁਰਾ ਪਰਿਵਾਰ ਗੁਰੂ ਘਰ ਦੇ ਨਾਲ ਟੁੱਟਾ ਹੋਇਆ ਹੈ, ਗੁਰੂ ਘਰ ਦੇ ਨਾਲ ਜੁੜਿਆ ਨਹੀਂ। ਅਤੇ ਉਹਦੇ ਮਨ ਵਿੱਚ ਇਹ ਇੱਛਾ ਹੈ ਕਿ ਮੇਰਾ ਸਹੁਰਾ ਪਰਿਵਾਰ ਵੀ ਗੁਰੂ ਘਰ ਦਾ ਸ਼ਰਧਾਲੂ ਬਣੇ। ਇਹ ਹਰ ਥਾਂ 'ਤੇ ਭਾਵੇਂ ਅਸੀਂ ਇਹਨਾਂ ਵਿਸ਼ਿਆਂ 'ਤੇ ਬਹੁਤਾ ਨਹੀਂ ਬੋਲਦੇ, ਪਰ ਆਮ ਹੀ ਸਾਧ ਸੰਗਤ ਜੀ ਇਹ ਜਿਹੜੀ ਬਿਮਾਰੀ ਹੈ, ਇਹ ਜਿਹੜੇ ਪਰੇਸ਼ਾਨੀਆਂ ਨੇ, ਇਹੋ ਜਿਹੀਆਂ ਉਲਝਣਾਂ ਨੇ ਸਮਾਜ ਦੇ ਵਿੱਚ ਅੱਜ ਵੀ ਮੌਜੂਦ ਹੈ। ਗੁਰਸਿੱਖ ਲੜਕਾ ਹੋਵੇ ਅਤੇ ਕੁੜੀ ਜਿਹੜੀ ਹੈ ਉਹ ਕਿਸੇ ਸਾਈ ਬਾਬਾ ਦੀ ਭਗਤਣੀ ਹੋਵੇ, ਉੱਥੇ ਕਲੇਸ਼ ਨਿੱਤ ਦੇ ਪੈਣੇ ਹੀ ਪੈਣੇ ਨੇ। ਇਸ ਕਰਕੇ ਇਸ਼ਟ ਇੱਕ ਹੋਣਾ ਚਾਹੀਦਾ ਹੈ। ਜਦੋਂ ਵੀ ਵਿਆਹ ਦੇ ਵੇਲੇ, ਆਨੰਦ ਕਾਰਜ ਦੇ ਵੇਲੇ
ਇਹ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਪਰਿਵਾਰ ਗੁਰੂ ਘਰ ਦੇ ਨਾਲ ਜੁੜਿਆ ਹੋਵੇ, ਗੁਰੂ ਘਰ ਦਾ ਸ਼ਰਧਾਲੂ ਹੋਵੇ, ਗੁਰੂ ਨਾਨਕ ਨੂੰ ਮੰਨਣ ਵਾਲਾ ਹੋਵੇ। ਜੇ ਤਾਂ ਸਾਧ ਸੰਗਤ ਜੀ, ਕਿਉਂਕਿ ਇਨ ਦੁਬਿਧਾ ਕਰ ਬਹੁਤੇ ਗਾਲੇ, ਦੁਬਿਧਾ ਕਰਕੇ ਘਰ ਦੇ ਵਿੱਚ ਕਲੇਸ਼ ਪੈਂਦੇ ਨੇ, ਝਗੜੇ ਆਰੰਭ ਹੁੰਦੇ ਨੇ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬੱਚੀ ਜਿਹੜੀ ਹੈ ਗੁਰੂ ਘਰ ਦੇ ਸ਼ਰਧਾਲੂ ਹੈ, ਉਹਨੇ ਸਾਧ ਸੰਗਤ ਜੀ ਆਪਣੇ ਪਤੀ ਨੂੰ ਪ੍ਰੇਰ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲੈ ਕਰਕੇ ਆਈ ਹੈ। ਅੱਗੇ ਜਿਵੇਂ ਸਾਧ ਸੰਗਤ ਜੀ ਪ੍ਰਸੰਗ ਚੱਲ ਰਿਹਾ ਹੈ, ਆਓ ਜਿਵੇਂ ਮਨ ਚਿਤ ਬਿਰਤਿਆਂ ਨੂੰ ਇਕਾਗਰ ਕਰੋ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਤੁਮ ਸਮਤਾ ਕੋ ਕਰਹਿ ਨ ਕੋਈ। ਹੇ ਸਤਿਗੁਰੂ ਸਾਹਿਬ ਜੀ, ਆਪ ਜੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਇਸ ਸੰਸਾਰ ਵਿੱਚ। ਸੇਵਤ ਮੈਂ ਜੇ ਤੋ ਬਲ ਹੋਈ। ਭਾਈ ਸਾਹਿਬ ਭਾਈ ਜੋਧਵੀਰ ਜੀ ਕਹਿੰਦੇ ਨੇ, ਹੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਿੰਨਾ ਕੁ ਮੇਰੇ ਵਿੱਚ ਬਲ ਹੈ ਮੈਂ ਆਪ ਜੀ ਦੀ ਸੇਵਾ ਕਰਾਂਗਾ। ਸ੍ਰੀ ਹਰਗੋਬਿੰਦ ਚੰਦ ਬਖਾਨਾ। ਚੰਦਰਮਾ ਸਰੀਖੇ ਮੁਖੜੇ ਵਾਲੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਜੋਧਵੀਰ ਜੀ ਨੂੰ ਬਚਨ ਕੀਤਾ, ਜੋਧ ਸਾਹੋ ਤੂੰ ਜੋਧ ਮਹਾਨਾ। ਹੇ ਜੋਧ ਸ਼ਾਹ, ਹੇ ਜੋਧਵੀਰ, ਤੂੰ ਬਹੁਤ ਵੱਡਾ ਯੋਧਾ ਹੋਵੇਗਾ। ਹਮਰੋ ਕਾਰ ਪਰਹਿ ਜਬ ਆਈ। ਕਹਿੰਦੇ ਜਦੋਂ ਵੀ ਸਾਡਾ ਜੰਗਾਂ ਯੁੱਧਾਂ ਦਾ ਸਮਾਂ ਆਵੇਗਾ, ਕਿਉਂਕਿ ਸਤਿਗੁਰੂ ਜੀ ਹੁਣ ਜੰਗ ਯੁੱਧ ਕਰਨਗੇ, ਜਦੋਂ ਵੀ ਸਮਾਂ ਆਵੇਗਾ ਉਚਿਤ ਤੋਹੇ ਕੋ ਹੋ ਨ ਸਹਾਈ। ਉਦੋਂ ਅਸੀਂ ਤੈਨੂੰ ਸੱਦਾਂਗੇ, ਤੂੰ ਸਾਡੀ ਮਦਦ ਕਰਨਾ ਕਰੀ। ਤੁਰਕ ਸਤਰੂ ਹਤ ਬੇਕੇ ਜੋਗ। ਜਿਹੜੇ ਸਾਡੇ ਤੁਰਕ ਨੇ, ਸ਼ਤਰੂ ਨੇ ਨਾ, ਇਹਨਾਂ ਨੂੰ ਮਾਰਨ ਵਾਸਤੇ ਅਸੀਂ ਫੌਜ ਬਣਾਉਣੀ ਹੈ, ਅਸੀਂ ਜੰਗ ਯੁੱਧ ਕਰਨਾ ਹੈ। ਜੋ ਸਾਡੇ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਹੁਕਮ ਹੈ, ਉਹਨਾਂ ਦੇ ਹੁਕਮ ਨੂੰ ਅਸੀਂ ਵਜਾਉਣਾ ਹੈ, ਉਹਨਾਂ ਦੇ ਹੁਕਮ ਦੀ ਤਾਮੀਲ ਕਰਨੀ ਹੈ। ਰਾਜ ਤੇਜ ਇਨ ਸਭ ਛੈ ਹੋਗ। ਇਹ ਜਿਹੜਾ ਤੁਰਕਾਂ ਦਾ, ਮੁਗਲਾਂ ਦਾ ਰਾਜ ਹੈ, ਇਹਨਾਂ ਸਾਰਿਆਂ ਦਾ ਰਾਜ ਜਿਹੜਾ ਨਾ ਅਸੀਂ ਇਸ ਸੰਸਾਰ ਤੋਂ, ਇਸ ਭਾਰਤ ਖੰਡ ਤੋਂ ਨਾਸ਼ ਕਰ ਦੇਵਾਂਗੇ। ਗੁਰੂ ਪੀਰ ਕੋ ਲਖ ਹੈ ਨ ਮੂੜੇ। ਇਹ ਜਿਹੜੇ ਮੂਰਖ ਲੋਕ ਨੇ ਗੁਰੂ ਤੇ ਪੀਰਾਂ ਤੇ ਸ਼ਰਧਾ ਭਾਵਨਾ ਨਹੀਂ ਰੱਖਦੇ। ਚਿਤ ਛੀਨੋ ਕਰ ਤੁਰਕਨ ਕੂੜੇ। ਇਹਨਾਂ ਤੁਰਕੜਿਆਂ ਨੂੰ ਕੂੜਾ ਕਰਕੇ, ਭਾਵ ਝੂਠਾ ਕਰਕੇ ਇਹਨਾਂ ਨੂੰ ਨਾਸ਼ ਕਰਾਂਗੇ, ਇਹਨਾਂ ਨੂੰ ਮਾਰਾਂਗੇ। ਸਨੇ ਸਨੇ ਮਮ ਸਿੱਖ ਹਵੈ ਰਾਜੇ। ਤੇ ਹੌਲੀ ਹੌਲੀ ਸਾਡੇ ਜਿਹੜੇ ਸਿੱਖ ਨੇ ਨਾ, ਉਹ ਇਸ ਧਰਤੀ ਤੇ ਰਾਜ ਕਰਨਗੇ। ਭਾਵ ਇਸ਼ਾਰਾ ਹੈ ਉਸ ਰਾਜ ਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਾਬਲ ਕੰਧਾਰ ਤੱਕ ਰਾਜ ਕੀਤਾ ਸੀ। ਇਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਭਾਈ ਜੋਧਵੀਰ ਨੂੰ ਕਿ ਇਹ ਭਾਈ ਜੋਧਵੀਰ, ਕਹਿੰਦੇ ਹੌਲੀ ਹੌਲੀ ਸਾਡੇ ਸਿੱਖ ਜਿਹੜੇ ਨੇ ਇਸ ਧਰਤੀ ਤੇ ਰਾਜ ਕਰਨਗੇ। ਰਚ ਹੈ ਜੰਗ ਰਿਪ ਬਚ ਹੈ ਜੋ ਭਾਜੇ। ਕਹਿੰਦੇ ਅਸੀਂ ਜੰਗ ਕਰਾਂਗੇ ਤੇ ਜਿਹੜੇ ਵੀ ਦੁਸ਼ਮਣ ਭੱਜ ਜਾਣਗੇ ਉਹੀ ਬਚਣਾ ਕਰਨਗੇ। ਅੜੇ ਸੋ ਝੜੇ, ਸਰਨ ਭਰੇ ਸੋ ਤਰੇ। ਜਿਹੜਾ ਸਾਡੇ ਨਾਲ ਅੜੂਗਾ ਉਹਨੂੰ ਅਸੀਂ ਮਾਰ ਮੁਕਾਵਾਂਗੇ। ਇਸ ਤਰ੍ਹਾਂ ਸਾਧ ਸੰਗਤ ਜੀ, ਜਦੋਂ ਵੀ ਕੋਈ ਅਵਤਾਰ ਅਸਲ ਦੇ ਵਿੱਚ ਧਰਤੀ ਦੇ ਉੱਤੇ ਜਿੰਨੇ ਵੀ ਸਾਧੂ ਸੰਤ ਮਹਾਂਪੁਰਖ ਆਏ ਨੇ, ਉਹਨਾਂ ਦਾ ਇਹੀ ਸਾਧ ਸੰਗਤ ਜੀ ਤਰੀਕਾ ਰਿਹਾ ਹੈ ਕਿ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਲੋਕਾਂ ਨੂੰ ਸਾਧ ਸੰਗਤ ਜੀ ਪਰਮਾਤਮਾ ਦੇ ਨਾਲ ਜੋੜਨਾ। ਪਰ ਜਦੋਂ ਕੋਈ ਮੂਰਖ ਬੰਦਾ ਅੱਗੋਂ ਟੱਕਰ ਜਾਵੇ, ਉਹਦੇ ਵਾਸਤੇ ਸਾਧ ਸੰਗਤ ਜੀ ਹੋਰ ਕੋਈ ਇਲਾਜ ਨਹੀਂ ਜੇ ਰਹਿੰਦਾ। ਜੇ ਕੋਈ ਮੂਰਖ ਸਿਰ ਫਿਰਿਆ ਬੰਦਾ ਆਵੇ ਤੇ ਉਹਦੇ ਅੱਗੇ ਤੁਸੀਂ ਰਮਾਇਣ ਖੋਲ੍ਹ ਕੇ ਬੈਠ ਜਾਓ ਜਾਂ ਭਾਗਵਤ ਦੇ ਗ੍ਰੰਥ ਖੋਲ੍ਹ ਕੇ ਬੈਠ ਜਾਓ, ਉਹਨੂੰ ਵੱਡੇ ਵੱਡੇ ਲੈਕਚਰ ਦੇਣਾ ਸ਼ੁਰੂ ਕਰੋ ਤੇ ਅਗਲਾ ਗੋਲੀ ਮਾਰ ਕੇ ਗਾਂਹ ਜਾਵੇ। ਇਸ ਤਰ੍ਹਾਂ ਦਾ ਨਹੀਂ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੋ ਜਿਹਾ ਬੰਦਾ, ਜਿਹੋ ਜਿਹੀ ਭਾਵਨਾ ਲੈ ਕਰਕੇ, ਗੁਰੂ ਘਰ ਦਾ ਜਿਹੜਾ ਹੈ ਨਾ ਸਿਧਾਂਤ, ਇਹ ਸ਼ੀਸ਼ੇ ਵਰਗਾ ਹੈ। ਜਿਹੋ ਜਿਹਾ ਕੋਈ ਮੁਖ ਬਣਾ ਕਰਕੇ ਵੇਖੇਗਾ, ਉਹੋ ਜਿਹਾ ਹੀ ਮੁਖ ਇਸ ਨੂੰ ਆਪਣਾ ਹੀ ਸਾਧ ਸੰਗਤ ਜੀ ਦਿਸੇਗਾ। ਸ਼ੀਸ਼ੇ ਵਰਗਾ ਸਾਫ਼ ਹੈ। ਜਿਹੋ ਜਿਹੀ ਭਾਵਨਾ ਲੈ ਕਰਕੇ, ਜੇ ਕੋਈ ਸ਼ਰਧਾ ਭਾਵਨਾ ਨਾਲ, ਪ੍ਰੇਮ ਸਤਿਕਾਰ ਦੇ ਨਾਲ
ਗੁਰੂ ਘਰ ਆਵੇਗਾ, ਇੱਥੋਂ ਸਾਧ ਸੰਗਤ ਜੀ ਸੰਸਾਰ ਦੀਆਂ ਸਾਰੀਆਂ ਮਨੋਕਾਮਨਾ ਉਸ ਦੀਆਂ ਪੂਰੀਆਂ ਹੋਣਗੀਆਂ, ਲੋਕ ਪਰਲੋਕ ਦੇ ਵਿੱਚ ਸਹਾਇਤਾ ਪ੍ਰਾਪਤ ਹੋਵੇਗੀ। ਅਤੇ ਜੇ ਕੋਈ ਢਾਉਣ ਵਾਸਤੇ ਆਵੇ, ਜੇ ਕੋਈ ਨਿੰਦਿਆ ਕਰਨ ਵਾਸਤੇ ਆਵੇ, ਫਿਰ ਉਹੋ ਜਿਹੇ ਬੰਦੇ ਨੂੰ ਉਹੋ ਜਿਹਾ ਜਵਾਬ ਇੱਥੋਂ ਪ੍ਰਾਪਤ ਹੋਵੇਗਾ। ਇਸ ਕਰਕੇ ਗੁਰੂ ਘਰ ਸ਼ੀਸ਼ੇ ਵਰਗਾ ਹੈ, ਦਰਪਣ ਵਰਗਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਇਸ ਧਰਤੀ ਤੋਂ ਅਸੀਂ ਤੁਰਕੜਿਆਂ ਦੀ ਜੜ ਪੱਟ ਦੇਵਾਂਗੇ। ਜੋਧ ਸਾਹੋ ਸੁਨ ਬਚਿ ਸਨ ਮਾਨੇ। ਇਸ ਤਰ੍ਹਾਂ ਜੋਧ ਸ਼ਾਹੋ ਜੋਧਵੀਰ ਨੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕਰਕੇ ਆਦਰ ਕੀਤਾ ਹੈ। ਰਾਵਰ ਕਹਿਬੋ ਹੈ ਫਲਦਾਨੇ। ਇਹ ਮਨ ਵਿੱਚ ਸ਼ਰਧਾ ਰੱਖਦਾ ਹੈ, ਭਾਵਨਾ ਰੱਖਦਾ ਹੈ। ਭਾਵੋ ਹੀ ਵਿਦਿਆ ਤੇ ਦੇਵਾ, ਭਾਵਨਾ ਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਤਰਕ ਨਾਲ ਨਹੀਂ, ਸਿਆਣਪ ਨਾਲ ਨਹੀਂ, ਅਕਲ ਨਾਲ ਨਹੀਂ। ਗੁਰੂ ਮਹਾਰਾਜ ਕਹਿੰਦੇ ਨੇ ਸਾਧ ਸੰਗਤ ਜੀ ਕਿ ਸਿਆਣਪ ਭਾਵੇਂ ਲੱਖਾਂ ਹੀ ਹੋਣ, ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸਿਆਣਪ ਚਲਾਕੀਆਂ ਨਾਲ, ਵਲਛਲ ਨਾਲ ਰੱਬ ਦੀ ਪ੍ਰਾਪਤੀ ਨਹੀਂ। ਜਿੰਨਾ ਕੁ ਬੰਦਾ ਤੇਜ਼ ਅਤੇ ਤਿੱਖਾ, ਉਨਾ ਹੀ ਰੱਬ ਤੋਂ ਦੂਰ ਹੋਵੇਗਾ। ਅਤੇ ਜਿੰਨਾ ਕੁ ਬੰਦਾ ਸਿੱਧਾ ਹੋਵੇਗਾ, ਭੋਲਾ ਹੋਵੇਗਾ, ਭੋਲੇ ਭਾਏ ਮਿਲੇ ਰਗ ਰਾਇਆ। ਸਾਰੀ ਬਾਣੀ ਨੂੰ ਪੜ੍ਹ ਲਓ, ਕਿਤੇ ਨਹੀਂ ਲਿਖਿਆ ਕਿ ਸਿਆਣਪ ਨਾਲ ਤੁਸੀਂ ਰੱਬ ਨੂੰ ਪ੍ਰਾਪਤ ਕਰ ਲਓਗੇ, ਨਹੀਂ। ਸਾਧ ਸੰਗਤ ਜੀ, ਬੁੱਧੀ ਦੀ ਚਲਾਕੀਆਂ ਨਾਲ, ਬੁੱਧੀ ਦੀ ਸਿਆਣਪ ਨਾਲ ਰੱਬ ਦੀ ਪ੍ਰਾਪਤੀ ਨਹੀਂ। ਰੱਬ ਦੀ ਪ੍ਰਾਪਤੀ ਹੁੰਦੀ ਹੈ ਨਿਰਮਲ ਹਿਰਦੇ ਨਾਲ, ਨਿਰਮਲ ਬੁੱਧੀ ਦੇ ਨਾਲ। ਸਾਫ਼ ਬੁੱਧੀ ਵਿੱਚ ਹੀ ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਟਿਕਦਾ ਹੈ। ਨਿਰਮਲ ਬੁੱਧੀ ਵਿੱਚ ਹੀ ਸਾਫ਼ ਸਵੱਛ ਵਿਚਾਰ ਜਿਹੜੇ ਨੇ ਉਹ ਪੈਦਾ ਹੁੰਦੇ ਹਨ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਰਾਵਰ ਕਹਿਬੋ ਹੈ ਫਲਦਾਨੇ। ਭਾਈ ਜੋਧਵੀਰ ਜੀ ਮਨ 'ਚ ਭਾਵਨਾ ਰੱਖਦੇ ਨੇ, ਸ਼ਰਧਾ ਰੱਖਦੇ ਨੇ ਕਿ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋ ਵੀ ਮੁਖ 'ਚੋਂ ਬੋਲਣਗੇ ਉਹ ਬਚਨ ਸਤ ਹੋਣਗੇ। ਕਰਮ ਖੰਡ ਕੀ ਬਾਣੀ ਜੋਰ, ਬਾਣੀ ਵਿੱਚ ਜੋਰ ਆਉਂਦਾ ਆ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਕਰਮ ਖੰਡ ਤੱਕ ਜਿਨ੍ਹਾਂ ਦੀ ਅਵਸਥਾ ਪਹੁੰਚ ਜਾਂਦੀ ਹੈ, ਨਾਮ ਜਪ ਜਪ ਕੇ ਅਤੇ ਉਹਨਾਂ ਦੇ ਬਾਣੀ ਵਿੱਚ ਬਲ ਆ ਜਾਂਦਾ ਹੈ। ਜੋ ਵੀ ਮੁਖ 'ਚੋਂ ਬੋਲਦੇ ਨੇ ਉਹ ਸੱਚ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਤਾਂ ਆਪ ਪਰਮਾਤਮਾ ਦਾ ਰੂਪ ਹੈ, ਆਪ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ। ਹਮੂ ਹਰ ਗੋਬਿੰਦ ਅਕਰਮਹਿ ਅਸਤ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋਤ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਿੱਚ ਹੈ। ਇਸ ਕਰਕੇ ਇਹ ਭਾਵਨਾ ਰੱਖਦੇ ਨੇ ਭਾਈ ਜੋਧਵੀਰ ਜੀ ਕਿ ਰਾਵਰ ਕਹਿਬੋ ਹੈ ਫਲਦਾਨੇ। ਜੋ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੁਖ 'ਚੋਂ ਬੋਲਣਗੇ ਉਹ ਸੱਚ ਹੋਵੇਗਾ। ਚਾਹੋ ਮਸਕ ਤੇ ਗਰੁੜ ਬਣਾਵੋ। ਗੁਰੂ ਮਹਾਰਾਜ ਚਾਹੁਣ ਤਾਂ ਮੱਛਰ ਤੋਂ ਗਰੁੜ ਬਣਾ ਸਕਦੇ ਨੇ। ਇਹ ਗੁਰੂ ਦੇ ਸਿੱਖ ਦੀ ਭਾਵਨਾ ਹੋਣੀ ਚਾਹੀਦੀ ਹੈ ਕਿ ਸਤਿਗੁਰੂ ਸਾਹਿਬ ਜੀ ਸਰਬ ਕਲਾ ਸਮਰੱਥ ਨੇ, ਕੁਝ ਵੀ ਕਰ ਸਕਦੇ ਨੇ। ਇਸ ਸੰਸਾਰ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਨਹੀਂ ਕਿ ਸਤਿਗੁਰੂ ਜੀ ਨਾ ਕਰ ਸਕਣ। ਨਥਿੰਗ ਇਜ਼ ਇੰਪੋਸੀਬਲ। ਕਈ ਤਾਂ ਸਾਧ ਸੰਗਤ ਜੀ ਆਮ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਪ੍ਰਚਾਰਕ ਨੇ, ਮੁਆਫ ਕਰਨਾ, ਉਹ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਨੇ ਗੁਰੂ ਘਰ ਦੀਆਂ ਸਟੇਜਾਂ ਤੋਂ। ਉਹ ਆਮ ਮਨੁੱਖ ਵਾਂਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੇਸ਼ ਕਰਦੇ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਮ ਮਨੁੱਖ ਸਨ। ਇੱਥੋਂ ਤੱਕ ਕਹਿ ਦਿੰਦੇ ਨੇ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ, ਉਹ ਇੱਕ ਇੰਜੀਨੀਅਰ ਵੀ ਸਨ। ਦੱਸੋ, ਇਹ ਕਹਿਣ ਵਾਲੀਆਂ ਗੱਲਾਂ ਨੇ। ਰੱਬ ਨੇ ਜੀ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਰੱਬ ਨੇ, ਗੁਰੂ ਗੋਬਿੰਦ ਸਿੰਘ ਜੀ ਰੱਬ ਨੇ। ਰੰਚਕ ਮਾਤਰ ਵੀ ਫਰਕ ਨਹੀਂ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਗੁਰਬਾਣੀ ਦੀ ਪੰਕਤੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਰਮਾਤਮਾ ਦਾ ਹੀ ਰੂਪ ਨੇ, ਪਰਮਾਤਮਾ ਹੀ ਨੇ। ਸਾਧ ਸੰਗਤ ਜੀ, ਤੀਨ ਸਰੂਪ ਹੈ ਮੋਹਿ ਕੈ ਸੁਨਹੁ ਨੰਦ ਚਿਤ ਲਾਏ। ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਨਿਰਗੁਣ ਸਰਗੁਣ ਅਤੇ ਗੁਰ ਸ਼ਬਦ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਿਜ ਰੂਪ ਹੈ, ਆਪਣਾ ਸਰੂਪ ਹੈ। ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਪ੍ਰਗਟ ਹੋ ਕਰਕੇ ਆਇਆ ਹੈ। ਇਹ ਤਾਂ ਸਿਰਫ ਬਾਣੀ ਵਿੱਚ ਨਹੀਂ, ਕਈ ਸਾਧ ਸੰਗਤ ਜੀ ਦੂਜੇ ਮਤਾਂ ਦੇ ਗ੍ਰੰਥਾਂ ਵਿੱਚ ਵੀ ਲਿਖਿਆ ਹੋਇਆ ਹੈ। ਰਿਗਵੇਦ ਵਿੱਚ
ਜੋ ਕਿ ਇਸ ਧਰਤੀ ਦਾ ਸਭ ਤੋਂ ਪੁਰਾਣਾ ਧਰਮ ਗ੍ਰੰਥ ਹੈ। ਇਸ ਧਰਤੀ ਦਾ ਸਭ ਤੋਂ ਪੁਰਾਤਨ ਧਰਮ ਗ੍ਰੰਥ ਹੈ ਰਿਗਵੇਦ। ਰਿਗਵੇਦ ਵਿੱਚ ਲਿਖਿਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਰੂਪ ਧਾਰ ਕਰਕੇ 10 ਸਰੂਪ ਧਾਰਨ ਕਰਨਗੇ, ਸੰਸਾਰ ਦੇ ਵਿੱਚ ਧਰਮ ਦਾ ਪ੍ਰਚਾਰ ਕਰਨਗੇ। ਇਹ ਸਾਧ ਸੰਗਤ ਜੀ ਪੁਰਾਤਨ ਧਰਮ ਗ੍ਰੰਥਾਂ ਦੇ ਵਿੱਚ ਸਤਿਗੁਰੂ ਦਾ ਜ਼ਿਕਰ ਆਇਆ ਹੈ। ਇਸ ਕਰਕੇ ਸਤਿਗੁਰੂ ਜੀ ਦੇ ਉੱਤੇ ਭਾਵਨਾ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਗੁਰੂ ਦੇ ਸਿੱਖ ਦਾ ਕਿ ਸਤਿਗੁਰੂ ਜੀ ਤਾਂ ਮੱਛਰ ਨੂੰ ਵੀ ਸਾਧ ਸੰਗਤ ਜੀ ਗਰੁੜ ਬਣਾ ਸਕਦੇ ਹਨ। ਚਾਹੋ ਮਸਕ ਤੇ ਗਰੁੜ ਬਣਾਵੋ। ਜੇ ਸਤਿਗੁਰੂ ਜੀ ਚਾਹਣ ਕਿਰਪਾ ਕਰ ਦੇਣ, ਕਿਰਪਾ ਨਿਗਾਹ ਨਾਲ ਵੇਖ ਲੈਣ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ, ਨਿਗਾਹ ਕਰ ਦੇਣ ਸਤਿਗੁਰੂ ਜੀ ਤਾਂ ਮੱਛਰ ਨੂੰ ਗਰੁੜ ਬਣਾ ਸਕਦੇ ਹਨ। ਸੈਲ ਬੜੇ ਕੋ ਗਰਦ ਮਿਲਾਵੋ। ਤੇ ਜਿਹੜੇ ਵੱਡੇ ਵੱਡੇ ਪਹਾੜ ਨੇ ਨਾ, ਜੇ ਗੁਰੂ ਮਹਾਰਾਜ ਪਿੱਠ ਕਰ ਲੈਣ, ਜੇ ਗੁਰੂ ਮਹਾਰਾਜ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਦਾ, ਜੇ ਸਤਿਗੁਰੂ ਜੀ ਨਾਰਾਜ਼ ਹੋ ਜਾਣ ਤੇ ਵੱਡੇ ਵੱਡੇ ਖੱਬੀ ਖਾਨ, ਵੱਡੇ ਵੱਡੇ ਪਹਾੜ ਨੂੰ ਸਾਧ ਸੰਗਤ ਜੀ ਮਿੱਟੀ ਵਿੱਚ ਮਿਲਾ ਸਕਦੇ ਹਨ। ਕਬੀਰ ਜੀ ਕਹਿੰਦੇ ਨੇ ਨਾ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗ ਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਇਸ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹਦੇ 'ਤੇ ਕਿਰਪਾ ਕਰ ਦੇਣ, ਉਹ ਸਾਧ ਸੰਗਤ ਜੀ ਕੀੜੀ ਤੋਂ, ਸਾਧ ਸੰਗਤ ਜੀ ਮੱਛਰ ਤੋਂ ਗਰੁੜ ਬਣ ਸਕਦਾ ਹੈ। ਅਤੇ ਜਿਹਦੇ ਨਾਲ ਨਾਰਾਜ਼ ਹੋ ਜਾਣ ਤੇ ਸਤਿਗੁਰੂ ਜੀ ਵੱਡੇ ਵੱਡੇ ਪਹਾੜ ਵਰਗੇ ਹੰਕਾਰੀਆਂ ਨੂੰ ਮਿੱਟੀ ਵਿੱਚ ਮਿਲਾ ਸਕਦੇ ਹਨ। ਜੰਬੂਕ ਕੋ ਕੇ ਹਰ ਕਰਦਾ ਹੋ। ਕਹਿੰਦੇ ਜਿਹੜੇ ਗਿੱਦੜ ਨੇ ਨਾ, ਜਿਹੜੇ ਡਰਾਕਲੇ ਨੇ, ਬਹੁਤਾ ਡਰਦੇ ਨੇ, ਕੰਬਦੇ ਨੇ, ਆਪਣੀ ਪਰਛਾਈ ਤੋਂ ਹੀ ਡਰ ਜਾਂਦੇ ਨੇ, ਕੋਈ ਛੀਕ ਮਾਰੇ ਤਾਂ ਕੰਬਾ ਛਿੜ ਜਾਂਦਾ ਹੈ। ਇਹੋ ਜਿਹੇ ਡਰਾਕਲੇ ਬੰਦਿਆਂ ਨੂੰ ਜੇ ਪਰਮਾਤਮਾ ਸਤਿਗੁਰੂ ਜੀ ਕਿਰਪਾ ਕਰ ਦੇਣ ਤਾਂ ਕਿਹੜੀ ਸ਼ੇਰ ਵਾਂਗ ਬਣਾ ਸਕਦੇ ਨੇ। ਭਾਈ ਦਇਆ ਰਾਮ ਕਹਿੰਦੇ ਸਨ ਕਿ ਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਚਿੜੀ ਉੜੇ ਤੋਂ ਮੈਂ ਡਰ ਪਾਊਂ, ਤੁਰਕਨ ਸੇ ਕੈਸੇ ਲੜ ਪਾਊਂ। ਕਹਿੰਦੇ ਚਿੜੀ ਫੁਰ ਕਰਕੇ ਉੱਡਦੀਆਂ ਤਾਂ ਮੈਨੂੰ ਡਰ ਲੱਗਦਾ, ਇਹ ਸਬੂਤਾ ਬੱਕਰਾ ਖਾਣ ਵਾਲੇ ਵੱਡੇ ਵੱਡੇ ਤੁਰਕ, ਇਹਨਾਂ ਨਾਲ ਮੈਂ ਕਿਵੇਂ ਲੜਾਂਗਾ। ਸਤਿਗੁਰੂ ਜੀ ਮਹਾਰਾਜ ਨੇ ਸਾਧ ਸੰਗਤ ਜੀ ਕਿਹਾ, 1.25 ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਚਿੜੀਓਂ ਸੇ ਮੈਂ ਬਾਜ ਤੁੜਾਊਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੰਨਾ ਕੁ ਐਟੀਟਿਊਡ, ਇੰਨੀ ਕੁ ਸਪਿਰਿਟ ਜਿਹੜੀ ਹੈ ਪੋਜ਼ਿਟਿਵ, ਹੰਕਾਰ ਨਹੀਂ, ਹੰਕਾਰ ਹੋਰ ਗੱਲ ਹੈ, ਅੰਦਰਲਾ ਵਿਸ਼ਵਾਸ, ਦ੍ਰਿੜ ਭਰੋਸਾ। ਵੇਖੋ ਅੱਜ ਸਾਰੇ ਦੇਸ਼ ਦੇ ਵਿੱਚ, ਸਾਰੇ ਵਰਲਡ ਵਿੱਚ ਸਾਧ ਸੰਗਤ ਜੀ ਗੱਲ ਹੋ ਰਹੀ ਹੈ ਵੀ ਤਾਲਿਬਾਨ ਨੇ ਕਬਜ਼ਾ ਕਰ ਲਿਆ ਜੀ ਅਫਗਾਨਿਸਤਾਨ 'ਤੇ। ਸਾਰੇ ਦੇਸ਼ ਵਿੱਚ ਸਾਰੇ ਚੈਨਲਾਂ 'ਤੇ ਚਰਚਾ ਹੋ ਰਹੀ ਹੈ। ਅਤੇ ਕਦੇ ਸਾਡੇ ਹਰੀ ਸਿੰਘ ਨਲੂਆ ਵਰਗਿਆਂ ਨੇ ਇਹਨਾਂ ਨੂੰ ਭਜਾਇਆ ਸੀ, ਕਾਬਲ ਤੱਕ ਕਬਜ਼ਾ ਕੀਤਾ ਸੀ। ਜਿਹੜਾ ਸਾਧ ਸੰਗਤ ਜਬਰਾਉਂ ਦਾ ਕਿਲ੍ਹਾ ਸੀ ਨਾ, ਉੱਥੇ ਬਣਾਇਆ ਸੀ ਜਿਵੇਂ ਕਿ ਚਾਈਨਾ ਗੇਟ ਹੈ। ਚਾਈਨਾ ਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਚਾਈਨਾ ਗੇਟ ਬਣਾਇਆ। ਜਰਮਨੀ ਨੇ ਸਾਧ ਸੰਗਤ ਜੀ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਕੰਧ ਖੜੀ ਕੀਤੀ ਹੈ। ਪਰ ਸਾਡੇ ਦੇਸ਼ ਵਿੱਚ ਸਾਡੀ ਬਦਕਿਸਮਤੀ ਹੈ ਵੀ ਜਿਸ ਰਾਹ ਤੋਂ ਮੁਗਲ ਆਉਂਦੇ ਸਨ, ਉਸ ਰਾਹ ਨੂੰ ਕਦੀ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਨਾ ਇਹ ਇੱਥੋਂ ਤੱਕ ਕਿ ਸਾਧ ਸੰਗਤ ਜੀ ਕਦੀ ਕਿਸੇ ਨੇ ਕੰਧ ਬਣਾਉਣ ਦੀ ਵੀ ਸਾਧ ਸੰਗਤ ਜੀ ਕੋਸ਼ਿਸ਼ ਨਹੀਂ ਕੀਤੀ। ਉੱਥੇ ਹਰੀ ਸਿੰਘ ਨਲੂਏ, ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੇ ਜਬਰਾਉਂ ਦਾ ਕਿਲ੍ਹਾ ਬਣਾਇਆ ਹੈ। ਇਹ ਸਾਧ ਸੰਗਤ ਜੀ ਸਾਡੇ ਸਿੱਖ ਸੂਰਮੇ ਨੇ, ਜਿਹਦੇ ਕਰਕੇ ਅੱਜ ਤੋਂ ਤਕਰੀਬਨ 3-4 ਮਹੀਨੇ ਪਹਿਲਾਂ ਜਾਂ 2-3 ਮਹੀਨੇ ਪਹਿਲਾਂ ਇਹੀ ਸਾਡੇ ਦੇਸ਼ ਦਾ ਨੈਸ਼ਨਲ ਚੈਨਲ ਸਾਡੇ ਸਿੱਖਾਂ ਨੂੰ ਕਦੀ ਖਾਲਿਸਤਾਨੀ, ਕਦੀ ਆਤੰਕਵਾਦੀ, ਕਦੀ ਕੁਝ ਤੇ ਕਦੀ ਕੁਝ ਕਹਿ ਰਿਹਾ ਸੀ। ਅੱਜ ਉਹੀ ਚੈਨਲ ਕਹਿ ਰਹੇ ਨੇ, ਵੇਖੋ ਜੀ ਸਿੱਖ ਜਿਹੜੇ ਨੇ ਇਹਨਾਂ ਤੋਂ ਤਾਲਿਬਾਨੀ ਅਫਗਾਨੀ ਡਰਦੇ ਸਨ। ਉਹੀ ਚੈਨਲ ਕਹਿ ਰਹੇ ਨੇ, ਵੇਖੋ 2 ਮਹੀਨੇ ਦੀ ਗੱਲ ਹੈ। ਰੱਬ ਵੇਖੋ, ਜਿਹਦੇ ਵੱਲ ਰੱਬ ਖੜਾ ਨਾ ਸਾਧ ਸੰਗਤ ਜੀ, ਜਿਹਦੇ ਵੱਲ ਗੁਰੂ ਗੋਬਿੰਦ ਸਿੰਘ ਜੀ ਖੜੇ ਨੇ, ਉਹਨਾਂ ਨੂੰ ਤਿੰਨਾਂ ਕਾਲਾਂ ਵਿੱਚ ਕੋਈ ਹਰਾ ਨਹੀਂ ਸਕਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਸਾਧ ਸੰਗਤ ਜਾ ਕਰਤਾ ਵੱਲ ਤਾਂ ਸਭ ਕੋ ਵੱਲ। ਜੇ ਪਰਮਾਤਮਾ ਵੱਲ ਹੈ ਨਾ
ਸਾਧ ਸੰਗਤ ਜੀ ਬੰਦਾ ਚਾਹੁੰਦਾ ਹੈ ਮੈਂ ਉਹਨੂੰ ਵੀ ਆਪਣੇ ਪੱਖ 'ਚ ਕਰ ਲਵਾਂ, ਫਲਾਣੇ ਨੂੰ ਵੀ ਆਪਣੇ ਪੱਖ 'ਚ ਕਰ ਲਵਾਂ, ਹਰੇਕ ਨੂੰ ਮੇਰੀ ਪਾਰਟੀ ਵੱਲ ਲੈ ਲਵਾਂ। ਪਰ ਸਾਧ ਸੰਗਤ ਜਿਹੜਾ ਆਪ ਰੱਬ ਵਾਲੇ ਪਾਸੇ ਚਲਿਆ ਗਿਆ, ਉਹਨੂੰ ਕਿਸੇ ਹੋਰ ਬੰਦੇ ਦੀ ਕਾਨ ਕਨੌੜ ਨਹੀਂ, ਕਿਸੇ ਹੋਰ ਬੰਦੇ ਦੀ ਚਾਪਲੂਸੀ ਕਰਨ ਦੀ ਲੋੜ ਨਹੀਂ। ਜਾਂ ਕਰਤਾ ਵੱਲ ਜੇ ਪਰਮਾਤਮਾ ਵੱਲ ਹੈ ਤਾਂ ਸਾਧ ਸੰਗਤ ਜੀ ਵਾਲ ਨਾ ਵਿੰਗਾ ਹੋਆ। ਫਿਰ ਤਾਂ ਇੱਕ ਵਾਲ ਵੀ ਸਾਧ ਸੰਗਤ ਜੀ ਵਿੰਗਾ ਨਹੀਂ ਹੁੰਦਾ। ਇਹ ਪਰਮਾਤਮਾ ਦੀ ਕਿਰਪਾ ਹੈ, ਇੰਨਾ ਕੁ ਵੱਡਾ ਪਰਮਾਤਮਾ ਹੈ। ਇਸ ਕਰਕੇ ਜਿਹੜੀ ਸਪਿਰਿਟ ਹੈ ਨਾ, ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ, ਜੋ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਵਿੱਚ ਭਰੀ ਹੈ, ਕਿ ਦਬਕਾ ਮਾਰਨ ਦੇ ਨਾਲ ਹੀ ਸਾਧ ਸੰਗਤ ਜੀ ਵੇਖੋ ਇੰਨੇ ਇਹ ਜਿਹੜੇ ਵੱਡੇ ਦੇਸ਼ ਨੇ, ਇੱਕ ਪਾਕਿਸਤਾਨ ਹੈ, ਇੱਕ ਹਿੰਦੁਸਤਾਨ ਹੈ। ਇਹ ਸਾਧ ਸੰਗਤ ਜੀ ਬਾਰਡਰ ਕਰਤਾਰਪੁਰ ਦਾ ਲਾਂਘਾ ਇਹ ਖੋਲ੍ਹਣਾ ਇਹ ਸਿੱਖਾਂ ਨੇ ਕੀਤਾ ਹੈ। ਜਿਹੜੇ ਕੱਟੜ ਦੁਸ਼ਮਣ ਸਨ ਪਾਕਿਸਤਾਨ ਅਤੇ ਹਿੰਦੁਸਤਾਨ, ਇਹਨਾਂ ਦਾ ਲਾਂਘਾ ਖੋਲ੍ਹ ਦਿੱਤਾ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਸਿੱਖਾਂ ਨੇ ਇਹ ਕੰਮ ਕੀਤਾ। ਗੁਰੂ ਮਹਾਰਾਜ ਨੇ ਸਾਧ ਸੰਗਤ ਜੀ ਇਹੋ ਜਿਹੀ ਸਪਿਰਿਟ ਸਿੱਖਾਂ ਦੇ ਵਿੱਚ ਭਰੀ ਹੈ। ਇਸ ਕਰਕੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਹਰੀ ਸਿੰਘ ਨਲੂਏ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ, ਮਹਾਰਾਜਾ ਰਣਜੀਤ ਸਿੰਘ ਸਾਡੀ ਕੌਮ ਦੇ ਜਰਨੈਲ ਹੋਏ ਨੇ। ਸਾਨੂੰ ਮਾਣ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਘਰਾਂ ਦੇ ਵਿੱਚ ਇਹਨਾਂ ਦੀ ਤਸਵੀਰ, ਇਹਨਾਂ ਦੀਆਂ ਫੋਟੋਆਂ ਲਾਉਣੀਆਂ ਚਾਹੀਦੀਆਂ ਨੇ। ਇਹਨਾਂ ਦੇ ਸਾਧ ਸੰਗਤ ਜੀ ਜਿੰਨੇ ਗੁਰੂ ਘਰ ਨੇ ਸਾਡੇ, ਇਹਨਾਂ ਸਾਡੇ ਗੁਰੂ ਘਰਾਂ ਦੇ ਵਿੱਚ ਇਹਨੇ ਬੱਬਰ ਸ਼ੇਰਾਂ ਦੀਆਂ ਫੋਟੋਆਂ ਸਾਡੀਆਂ ਲੱਗਣੀਆਂ ਚਾਹੀਦੀਆਂ ਨੇ। ਬੱਚੇ ਪੁੱਛਣਗੇ ਤਾਂ ਅਸੀਂ ਮਾਣ ਨਾਲ ਦਸੀਏ ਕਿ ਇਹ ਸਾਡੇ ਬੱਬਰ ਸ਼ੇਰ ਹੋਏ ਨੇ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ 'ਤੇ ਕਿਰਪਾ ਕਰ ਦੇਣ, ਉਹ ਸਾਧ ਸੰਗਤ ਜੀ ਗਿੱਦੜਾਂ ਨੂੰ ਵੀ ਸ਼ੇਰ ਬਣਾ ਸਕਦੇ ਹਨ। ਵੱਡ ਮਤਾਂਗ ਟਿਕ ਕੀਟ ਹਤੈ ਹੋ। ਕੀ ਕਰ ਸਕਦੇ ਨੇ? ਵੱਡਾ ਭਾਰੀ ਜਿਹੜਾ ਹਾਥੀ ਹੈ ਨਾ, ਇੱਕ ਕੀੜੀ ਤੋਂ ਹੀ ਸਾਧ ਸੰਗਤ ਜੀ ਹਾਥੀ ਨੂੰ ਮਰਵਾ ਸਕਦੇ ਆ, ਗੁਰੂ ਚਾਹੇ ਤਾਂ। ਇਹ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ, ਭਰੋਸਾ ਹੋਣਾ ਚਾਹੀਦਾ ਹੈ ਆਪਣੇ ਮਨ ਦੇ ਵਿੱਚ ਕਿ ਸਤਿਗੁਰੂ ਜੀ ਚਾਹੁਣ ਤਾਂ ਕੁਝ ਵੀ ਕਰ ਸਕਦੇ ਨੇ। ਗੁਰੂ ਦੇ ਹੁਕਮ ਵਿੱਚ ਗੁਰੂ ਦੇ ਸਿੱਖ ਨੇ ਰਹਿਣਾ ਹੈ। ਘਰ ਹੋ ਬਸਾਵਨ ਬਸੇ ਉਜਾਰੋ। ਜੇ ਕਿਰਪਾ ਕਰ ਦੇਣ ਤਾਂ ਸਾਧ ਸੰਗਤ ਜੀ ਕਿਸੇ ਨੂੰ ਵਸਾ ਸਕਦੇ ਨੇ, ਤੇ ਜੇ ਕਿਸੇ ਨੂੰ ਉਜਾੜਨਾ ਹੋਵੇ ਤਾਂ ਉਜਾੜ ਸਕਦੇ ਹਨ। ਕਹਿਨ ਮਤਰ ਤੇ ਸਰਬ ਸੁਧਾਰੋ। ਧੰਨ ਹੈ ਭਾਈ ਜੋਧਵੀਰ ਜੀ ਜਿਨ੍ਹਾਂ ਦੇ ਮਨ 'ਚ ਇਹ ਵਿਸ਼ਵਾਸ ਹੈ, ਇਹ ਭਾਵਨਾ ਹੈ, ਇਹ ਸ਼ਰਧਾ ਹੈ ਕਿ ਸਤਿਗੁਰੂ ਜੀ ਇੰਨੇ ਸਮਰੱਥ ਨੇ, ਸਰਬ ਕਲਾ ਸਮਰੱਥ ਨੇ। ਇਸ ਕਾ ਕਹਿਨ ਮਾਤਰ ਤੇ ਸਰਬ ਸੁਧਾਰ ਹੋ। ਜੇ ਗੁਰੂ ਜੀ ਮਹਾਰਾਜ ਕੁਝ ਕਹਿ ਦੇਣ, ਮੁਖ 'ਚੋਂ ਕੋਈ ਬਚਨ ਨਿਕਲ ਜਾਵੇ, ਉਹਦੇ ਨਾਲ ਹੀ ਸਾਰੇ ਕੰਮ ਸਵਾਰ ਸਕਦੇ ਹਨ। ਇਤਿਆਦਿਕ ਨਿਤ ਚਲ ਹੈ ਪ੍ਰਸੰਗ। ਇਸ ਤਰ੍ਹਾਂ ਸਤਿਗੁਰੂ ਜੀ ਦੇ ਵਡਿਆਈ ਦੇ ਚੰਗੇ ਪ੍ਰਸੰਗ ਚੱਲ ਰਹੇ ਹਨ। ਸੈਨਾ ਸਹਿਤ ਚਹਿਤ ਬੜ ਜੰਗ। ਜਿਹੜੀ ਸੈਨਾ ਨੇ ਸ਼ਾਹਜਹਾਨ ਦੀ, ਇਹਦੇ ਨਾਲ ਵੱਡਾ ਜੰਗ ਕਰਨਾ ਚਾਹੁੰਦੇ ਹਨ। ਰਹਿਓ ਗੁਰੂ ਟਿਕ ਡੇਰਾ ਪਾਏ। ਇਸ ਤਰ੍ਹਾਂ ਭਾਈ ਜੋਧਵੀਰ ਆਪਣੇ ਪਰਿਵਾਰ ਨਾਲ ਸਤਿਗੁਰੂ ਜੀ ਦੇ ਕੋਲ ਰਹਿਣਾ ਕੀਤਾ। ਪਰਮ ਪ੍ਰੀਤ ਤੇ ਨਹਿ ਵਿਛਰਾਏ। ਪਰਮ ਪ੍ਰੀਤ ਬਹੁਤਾ ਪ੍ਰੇਮ, ਸਭ ਤੋਂ ਵੱਡਾ ਧਰਮ ਦੇ ਰਸਤੇ ਵਿੱਚ ਪ੍ਰੇਮ ਹੈ। ਸਭ ਤੋਂ ਵੱਡਾ ਧਰਮ ਦੇ ਰਸਤੇ ਵਿੱਚ ਪਰਮਾਤਮਾ ਦਾ ਨਾਮ ਪ੍ਰੇਮ ਦੇ ਨਾਲ ਜਪਣਾ ਹੈ। ਪਰਮਾਤਮਾ ਦੇ ਨਾਮ ਨਾਲੋਂ ਸਾਧ ਸੰਗਤ ਜੀ ਸੰਸਾਰ ਦਾ ਕੋਈ ਇੱਕ ਧਰਮ ਜਿਹੜਾ ਹੈ ਉਹ ਕੰਪੇਅਰ ਨਹੀਂ ਜੇ ਕਰਦਾ। ਸਭ ਤੋਂ ਵੱਡਾ ਹੈ ਪਰਮਾਤਮਾ ਦਾ ਨਾਮ ਜਪਣਾ, ਸ਼ਰਧਾ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਪ੍ਰੀਤ ਨਾਲ, ਪ੍ਰਤੀਤ ਨਾਲ ਪਰਮਾਤਮਾ ਦਾ ਸਿਮਰਨ ਕਰਨਾ ਸਾਰੇ ਕਰਮਾਂ ਧਰਮਾਂ ਨਾਲੋਂ ਸ੍ਰੇਸ਼ਟ ਹੈ। ਇਸ ਕਰਕੇ ਬਹੁਤਾ ਪ੍ਰੀਤੀ ਦੇ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਜੋਧਵੀਰ ਜੀ ਰਹਿ ਰਹੇ ਨੇ। ਮਨ ਵਿੱਚ ਇੱਛਾ ਨਹੀਂ ਹੈ ਕਿ ਸਤਿਗੁਰੂ ਜੀ ਨੂੰ ਛੱਡ ਕਰਕੇ ਜਾਈਏ। ਦੋਹਰਾ ਕਿਤਕ ਦਿਵਸ ਬੀਤਤ ਪਏ ਤਹਾਂ ਸਿਵਰ ਕੋ ਕਾਲ। ਕਿੰਨੇ ਕੁ ਦਿਨ ਇਸ ਤਰ੍ਹਾਂ ਬਤੀਤ ਹੋਏ ਨੇ। ਸਤਿਗੁਰੂ ਜੀ ਨੂੰ ਸਾਧ ਸੰਗਤ ਜੀ ਉੱਥੇ ਡੇਰਾ ਲਾਏ ਹੋ ਕਰਕੇ। ਦੇਸ ਵਿਦੇਸਣ ਸੰਗਤਾਂ ਸੁਣ ਇਤ ਪਹੁੰਚ ਚਲਾਏ। ਜਦੋਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਪਤਾ ਚੱਲਿਆ ਕਿ ਸਤਿਗੁਰੂ ਜੀ ਨੇ ਡੇਰਾ ਲਾਇਆ ਹੈ, ਛੇਤੀ ਦੇ ਨਾਲ ਆਣ ਕਰਕੇ ਵਹੀਰਾਂ ਘੱਤ ਕਰਕੇ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਆ ਰਹੀਆਂ ਹਨ। ਚੌਪਈ ਅਨਗਨ ਸਿੱਖਣ ਕੀ ਬਹੁ ਭੀੜ। ਬਹੁਤ ਸਾਰੀਆਂ ਸਿੱਖ ਸੰਗਤਾਂ ਦੀਆਂ ਭੀੜ ਜਿਹੜੀ ਹੈ ਨਾ,
ਉਹ ਗੁਰੂ ਘਰ ਦੇ ਵਿੱਚ ਆ ਰਹੀਆਂ ਨੇ। ਸਾਧ ਸੰਗਤ ਕੀ ਭੀੜ ਜੋ ਪਾਈ, ਮਨ ਚਲ ਤੋ ਭਇਓ ਅਰੂੜਾ। ਇਸ ਤਰ੍ਹਾਂ ਗੁਰੂ ਦੀ ਸੰਗਤ ਜੇ ਪ੍ਰਾਪਤ ਹੋ ਜਾਵੇ, ਸੰਗਤ ਦੀ ਭੀੜ ਜੇ ਪ੍ਰਾਪਤ ਹੋ ਜਾਵੇ, ਤਾਂ ਸਾਧ ਸੰਗਤ ਜੀ ਪਰਮਾਤਮਾ ਆਪਣੇ ਆਪ ਹੀ ਲੋਕ ਅਤੇ ਪਰਲੋਕ ਸਵਾਰ ਦਿੰਦਾ ਹੈ। ਇੱਕ ਸਾਧ ਸੰਗਤ ਜੀ ਮੈਂ ਬਚਨ ਆਪ ਜੀ ਨਾਲ ਸਾਂਝਾ ਕਰਾਂ, ਛੋਟਾ ਜਿਹਾ ਬਚਨ। ਸੰਤ ਬਾਬਾ ਠਾਕਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ ਇਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਨੇ, ਅਤੇ ਦਰਬਾਰ ਸਾਹਿਬ ਆਮ ਹੀ ਸਾਧ ਸੰਗਤ ਜੀ ਭੀੜ ਬਹੁਤ ਹੁੰਦੀ ਹੈ। ਐਤਵਾਰ ਅਤੇ ਸ਼ਨੀਚਰ ਵਾਲੇ ਦਿਨ ਬਹੁਤਾ ਸੰਗਤ ਹੁੰਦੀ ਹੈ, ਬਹੁਤ ਜ਼ਿਆਦਾ, ਮੱਥਾ ਟੇਕਣਾ ਔਖਾ। ਅਤੇ ਸਾਧ ਸੰਗਤ ਜੀ ਭੀੜ 'ਚ ਬਾਹਰ ਖਲੋ ਕਰਕੇ ਕਹਿਣ ਲੱਗੇ ਭੀੜ ਬਹੁਤ ਹੈ, ਅਤੇ ਕੁਝ ਸਿੰਘਾਂ ਨੇ ਕਿਹਾ ਵੀ ਆਪਾਂ ਰਹਿਣ ਦਈਏ, ਬਾਹਰੋਂ ਮੱਥਾ ਟੇਕ ਲਵਾਂਗੇ। ਅਤੇ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਗੁਰਬਾਣੀ ਦੀ ਪੰਕਤੀ ਸੁਣਾਈ, ਕਹਿੰਦੇ ਸਾਧ ਸੰਗਤ ਕੀ ਭੀੜ ਜੋ ਪਾਈ, ਮਨ ਚਲ ਤੋ ਭਇਓ ਅਰੂੜਾ। ਕਹਿੰਦੇ ਨੇ ਜੇ ਸੰਗਤ ਦੀ ਭੀੜ ਪ੍ਰਾਪਤ ਹੋ ਗਈ ਨਾ, ਤੇ ਲੋਕ ਤੇ ਪਰਲੋਕ ਸਵਰ ਜਾਂਦੇ ਨੇ। ਇਹ ਜਿਹੜੀ ਭੀੜ ਹੈ ਨਾ ਸਾਧ ਸੰਗਤ ਜੀ, ਸਾਨੂੰ ਲੱਗਦਾ ਵੀ ਇਹ ਭੀੜ ਇਕੱਠੀ ਹੋ ਗਈ ਹੈ, ਬਹੁਤਾ ਲੋਕ ਨੇ, ਮੁੜਕਾ ਆਵੇਗਾ, ਧੱਕਾ ਮੁੱਕੀ ਹੋਵੇਗਾ, ਇਸ ਤਰ੍ਹਾਂ ਔਖਾ ਹੋਵੇਗਾ ਜਾਣਾ। ਪਰ ਜਿਹੜੀ ਇਹ ਭੀੜ ਹੈ ਨਾ, ਇਹ ਸਾਧ ਸੰਗਤ ਜੀ ਜਹਾਜ਼ ਦਾ ਕੰਮ ਕਰਦੀ ਹੈ। ਜਿਵੇਂ ਜਹਾਜ਼ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦੀ ਹੈ, ਜਿਹੜਾ ਇਸ ਭੀੜ ਦੇ ਵਿੱਚ ਆ ਜਾਵੇ, ਜਿਹੜਾ ਇਸ ਭੀੜ ਦੇ ਵਿੱਚ ਬੈਠ ਜਾਵੇ, ਉਹਦੇ ਲੋਕ ਅਤੇ ਪਰਲੋਕ ਸਵਰ ਜਾਂਦੇ ਨੇ। ਉਹਦਾ ਹਿਸਾਬ ਕਿਤਾਬ ਨਹੀਂ ਗੁਰੂ ਮਹਾਰਾਜ ਵੇਖਦੇ ਕਿ ਇਹਦੇ 'ਚ ਕਿੰਨੇ ਐਬ ਨੇ, ਇਹ ਫਲਾਣੇ ਬੰਦੇ 'ਚ ਕਿੰਨੇ ਗੁਣ ਨੇ, ਇਹਦੇ 'ਚ ਕਿੰਨੇ ਔਗੁਣ ਨੇ। ਫਿਰ ਗੁਣ ਅਤੇ ਔਗੁਣਾਂ ਦੀ ਵਿਚਾਰ ਨਹੀਂ ਹੁੰਦੀ, ਬਸ ਸਾਧ ਸੰਗਤ ਜੀ ਭੀੜ ਦੇ ਨਾਲ ਰਲਣਾ ਹੁੰਦਾ ਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਪਿੱਛੋਂ ਬੈਠ ਕਰਕੇ ਡਰਦੇ ਰਹਿੰਦੇ ਨੇ, ਇਹ ਜਾਈਏ ਕਿ ਨਾ ਜਾਈਏ, ਮੱਥਾ ਟੇਕਣ ਜਾਈਏ ਕਿ ਨਾ ਜਾਈਏ, ਉਹ ਸੋਚਦੇ ਰਹਿ ਜਾਂਦੇ ਨੇ। ਜਿਹੜੇ ਸਿੱਧੇ ਪੱਧਰੇ ਬੰਦੇ ਹੁੰਦੇ ਆ, ਉਹ ਭੀੜ ਦੇ ਵਿੱਚ ਵੜ ਜਾਂਦੇ ਨੇ ਅਤੇ ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਮਹਾਰਾਜ ਨੇ ਸਾਧ ਸੰਗਤ ਜੀ ਬਹੁਤ ਹੀ ਸਾਰੀ ਭੀੜ ਜਿਹੜੀ ਹੈ ਸਿੱਖਾਂ ਦੀ ਸੰਗਤਾਂ ਦੀ, ਉਹ ਵਹੀਰਾਂ ਘੱਤ ਕੇ ਗੁਰੂ ਘਰ ਨੂੰ ਆ ਰਹੀਆਂ ਹਨ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ। ਇੱਕ ਪਹੁੰਚਤ ਹੈ ਪਾਏ ਵਹੀਰ। ਇੱਕ ਸਾਧ ਸੰਗਤ ਜੀ ਸੰਗਤਾਂ ਦੀ ਭੀੜ ਇਕੱਠੀ ਹੋ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆ ਰਹੀ ਹੈ। ਅਤੇ ਇੱਕ ਭੀੜ ਗੁਰੂ ਘਰ ਤੋਂ ਮਨ ਭਾਵਨਾ, ਮਨ ਇੱਛਿਤ ਮਨੋਕਾਮਨਾਵਾਂ ਪੂਰੀਆਂ ਕਰਕੇ ਆਪਣੇ ਘਰਾਂ ਨੂੰ ਜਾ ਰਹੀਆਂ ਹਨ। ਇੱਕ ਵਿਸਰਜਣ ਹੋਤ ਪਿਆਨ। ਇੱਕ ਸੰਗਤਾਂ ਆ ਰਹੀਆਂ ਨੇ ਅਤੇ ਇੱਕ ਆਪਣੇ ਘਰਾਂ ਵੱਲ ਜਾ ਰਹੀਆਂ ਹਨ। ਚਲਤ ਪੰਥ ਗੁਰ ਸੁਜਾ ਸੁਬਖਾਨਾ। ਰਸਤੇ ਦੇ ਵਿੱਚ ਚੱਲਦਿਆਂ ਹੋਇਆਂ ਵੀ ਗੁਰੂ ਦਾ ਜਸ ਕਰ ਰਹੀਆਂ ਨੇ, ਗੁਰੂ ਕੀਆਂ ਸਾਖੀਆਂ ਸੁਣਾ ਰਹੀਆਂ ਨੇ, ਗੁਰੂ ਗੁਰੂ ਜਪ ਰਹੀਆਂ ਨੇ। ਅੱਜ ਵੀ ਸਾਧ ਸੰਗਤ ਜੀ ਦੀਵਾਲੀ ਵਾਲੇ ਦਿਨ ਬਹੁਤਾ ਵੇਖਣ ਨੂੰ ਮਿਲਦਾ ਹੈ ਵੀ ਪਿੰਡਾਂ ਤੋਂ ਜਦੋਂ ਵੀ ਸੰਗਤਾਂ ਜਿਹੜੀਆਂ ਨੇ ਟਰਾਲੀਆਂ ਤੇ ਚੜ੍ਹ ਕਰਕੇ, ਟਰਾਲੀਆਂ ਭਰ ਕੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਆਉਂਦੀਆਂ ਨੇ, ਆਉਂਦਿਆਂ ਨੂੰ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਇਸ ਤਰ੍ਹਾਂ ਸੰਗਤਾਂ ਨੇ ਸਾਧ ਸੰਗਤ ਜੀ ਜਿਹੜੇ ਸੰਗਤਾਂ ਦੇ ਦਰਸ਼ਨ ਕਰਦੇ ਨੇ ਨਾ, ਨਾਮ ਜਪਣ ਵਾਲੀਆਂ ਸੰਗਤਾਂ ਟਰਾਲੀਆਂ 'ਤੇ ਚੜ੍ਹ ਕਰਕੇ ਸਾਧ ਸੰਗਤ ਜੀ ਆਉਂਦੀਆਂ ਨੇ, ਉਹਨਾਂ ਦੇ ਦਰਸ਼ਨ ਦੇ ਨਾਲ ਹੀ ਮਨ ਜਿਹੜਾ ਹੈ ਬਾਗੋ ਬਾਗ ਹੋ ਜਾਂਦਾ ਹੈ, ਸਾਰੇ ਦੁੱਖ ਦੂਰ ਹੁੰਦੇ ਨੇ। ਇਸ ਤਰ੍ਹਾਂ ਸੰਗਤਾਂ ਜਿਹੜੀਆਂ ਨੇ ਗੁਰੂ ਘਰ ਵਿੱਚ ਆਉਂਦੀਆਂ ਰਸਤੇ ਦੇ ਵਿੱਚ ਵੀ ਗੁਰੂ ਦਾ ਜਸ ਕਰਦੀਆਂ ਹਨ। ਧਨ ਸਮੁਦਾਇ ਚਲਿਓ ਨਿਤ ਆਵੈ। ਇਸ ਤਰ੍ਹਾਂ ਬਹੁਤ ਸਾਰਾ ਸਾਧ ਸੰਗਤ ਜੀ ਧਨ ਜਿਹੜਾ ਹੈ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਵਾਲੀਆਂ ਸੰਗਤਾਂ ਚੜਾਉਂਦੀਆਂ ਹਨ। ਸਤਰ ਤੁਰੰਗ ਅਨਕ ਅਰ ਪਾਵੈ। ਜਿੱਥੇ ਸਾਧ ਸੰਗਤ ਜੀ ਪਰਮਾਤਮਾ ਹੈ ਉੱਥੇ ਮਾਇਆ ਨੇ ਆਉਣਾ ਹੀ ਆਉਣਾ ਹੈ। ਜਿੱਥੇ ਪਰਮਾਤਮਾ ਦਾ ਨਾਮ ਜਪਦੇ ਆ ਉੱਥੇ ਮਾਇਆ ਨੇ ਆਉਣਾ ਹੀ ਆਉਣਾ ਹੈ। ਜਿਹੜੇ ਬੰਦੇ ਸਾਧ ਸੰਗਤ ਜੀ ਪਰਛਾਈ ਨੂੰ ਫੜਨ ਦਾ ਯਤਨ ਕਰਦੇ ਆ ਜਾਂ ਪਰਛਾਈ ਦੇ ਮਗਰ ਭੱਜਦੇ ਆ, ਪਰਛਾਈ ਨੇ ਹੱਥ ਤਾਂ ਨਹੀਂ ਜਾਉਣਾ। ਅਤੇ ਜਿਹੜੇ ਬੰਦੇ ਪਰਛਾਈ ਦਾ ਤਿਆਗ ਕਰਕੇ ਸਾਧ ਸੰਗਤ ਜੀ ਇੱਕੋ ਇੱਕ ਸੂਰਜ ਦੇ ਵੱਲ ਮੂੰਹ ਕਰਕੇ ਤੁਰੇ ਜਾਣ ਅਤੇ ਆਪਣੇ ਆਪ ਐਟੋਮੈਟਿਕ ਹੀ ਜਿਹੜੀ ਪਰਛਾਈ ਹੈ ਬੰਦੇ ਦੇ ਮਗਰ ਆਪੇ ਤੁਰੀ ਆਉਂਦੀ ਹੈ। ਇਸ ਕਰਕੇ ਅਸੀਂ ਨਾਮ ਨਹੀਂ ਜਪਦੇ, ਅਸੀਂ ਤਾਂ ਦੁਖੀ ਹਾਂ। ਅਸੀਂ ਨਾਮ ਨਹੀਂ ਜਪਦੇ ਤਾਂ ਸਾਡੇ ਕੋਲ ਮਾਇਆ ਨਹੀਂ ਹੈ। ਅਸੀਂ ਨਾਮ ਨਹੀਂ ਜਪਦੇ ਤਾਂ ਸਾਡੇ ਘਰ ਦੇ ਵਿੱਚ ਕਲੇਸ਼ ਨੇ, ਗੱਲ ਹੋਰ ਕੋਈ ਨਹੀਂ। ਬੜੀ ਸਿੰਪਲ ਜਿਹੀ ਗੱਲ ਹੈ।
ਅੱਜ ਹੀ ਸਾਧ ਸੰਗਤ ਜੀ ਨਾਮ ਸਿਮਰਨ ਕਰਨ ਲੱਗ ਪਈਏ। ਅੱਜ ਹੀ ਸਾਡੇ ਸਮੇਤ, ਮੇਰੇ ਸਮੇਤ ਅਸੀਂ ਆਜ ਇਕੱਠੇ ਹੋ ਕਰਕੇ ਸਿਮਰਨ ਕਰਨ ਲੱਗ ਪਈਏ। ਮਾਇਆ ਦਾ ਨਹੀਂ ਘਾਟਾ ਰਵੇਗਾ। ਦੁੱਖ ਵੀ ਸਾਧ ਸੰਗਤ ਜੀ ਖੰਭਲਾ ਕਰਕੇ ਉੱਡ ਜਾਣਗੇ। ਅਸੀਂ ਗੁਰੂ ਦਾ ਪੱਲਾ ਨਹੀਂ ਫੜਦੇ, ਅਸੀਂ ਗੁਰੂ ਦੇ ਆਸਰੇ ਨਹੀਂ ਰਹਿੰਦੇ, ਅਸੀਂ ਸਾਧ ਸੰਗਤ ਜੀ ਗੁਰੂ 'ਤੇ ਵਿਸ਼ਵਾਸ ਨਹੀਂ ਕਰਦੇ, ਨਾਮ 'ਤੇ ਭਰੋਸਾ ਨਹੀਂ ਕਰਦੇ। ਉਸ ਤਰ੍ਹਾਂ ਨਾਮ ਜਪ ਤਾਂ ਲਵਾਂਗੇ ਥੋੜ੍ਹਾ ਸਮਾਂ, ਪਰ ਵਿਸ਼ਵਾਸ ਨਾਮ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਨਾਮ ਜਪਣ ਦੇ ਨਾਲ ਦੁੱਖ ਦੂਰ ਹੋਣਗੇ, ਨਾਮ ਜਪਣ ਦੇ ਨਾਲ ਗਰੀਬੀ ਕੱਟੀ ਜਾਵੇਗੀ, ਨਾਮ ਜਪਾਂਗੇ ਤਾਂ ਸਾਧ ਸੰਗਤ ਜੀ ਕਲੇਸ਼ ਨਾਸ਼ ਹੋਣਗੇ। ਅਸੀਂ ਨਾਮ ਨਹੀਂ ਜਪਦੇ, ਅਸੀਂ ਬਾਣੀ ਨਹੀਂ ਪੜ੍ਹਦੇ, ਇਸ ਕਰਕੇ ਆਪਾਂ ਦੁਖੀ ਹਾਂ। ਵਸਤਰ ਅਜਾਇਬ ਆਏ ਅਪੂਰਬ। ਬਹੁਤ ਸਾਰੇ ਸਾਧ ਸੰਗਤ ਜੀ ਤਰ੍ਹਾਂ ਤਰ੍ਹਾਂ ਦੇ ਵੰਨ ਸੁਵੰਨੇ ਬਸਤਰ ਦਾ ਚੜਾਵਾ ਗੁਰੂ ਘਰ ਦੇ ਵਿੱਚ ਹੋ ਰਿਹਾ ਹੈ। ਉੱਤਰ ਪশ্ਚਮ ਦੱਖਣ ਪੂਰਬ। ਉੱਤਰ ਵਾਲੇ ਪਾਸਿਓਂ ਪশ্ਚਮ, ਦੱਖਣ ਤੇ ਪੂਰਬ, ਚਾਰੇ ਦਿਸ਼ਾਵਾਂ ਵਾਲੇ ਪਾਸਿਓਂ ਸੰਗਤਾਂ ਆਣ ਕਰਕੇ ਭੇਟਾਵਾਂ ਅਰਪਣ ਕਰ ਰਹੀਆਂ ਹਨ। ਸੰਗਤ ਚਲ ਕਾਬਲ ਤੇ ਆਈ। ਸੰਗਤਾਂ ਜਿਹੜੀਆਂ ਨੇ ਉਹ ਕਾਬਲ ਕੰਧਾਰ ਤੋਂ ਚੱਲ ਕਰਕੇ ਆਈਆਂ ਨੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ। ਜਿਸ ਮਹਿ ਧਨੀ ਮਨੁਜ ਸਮੁਦਾਈ। ਜਿਹਦੇ ਵਿੱਚ ਬਹੁਤ ਧਨਵਾਨ ਲੋਕ, ਧਨੀ ਲੋਕ ਜਿਹੜੇ ਨੇ ਸਤਿਗੁਰੂ ਜੀ ਦੇ ਸਿੱਖ, ਉਹ ਵੀ ਚੱਲ ਕਰਕੇ ਆਏ ਹਨ। ਤਿਨ ਮੈਂ ਹੋਏ ਮਸੰਦ ਬਿਲੰਦ। ਉਹਨਾਂ ਦੇ ਵਿੱਚ ਦੋ ਜਿਹੜੇ ਨੇ ਮਸੰਦ ਸਨ, ਜਿਹੜੇ ਸਾਧ ਸੰਗਤ ਜੀ ਉਸ ਇਲਾਕੇ ਦੇ ਕਾਰ ਭੇਟਾ ਉਗਰਾਹੀ ਕਰਕੇ ਗੁਰੂ ਘਰ ਨੂੰ ਲਿਆ ਕਰਕੇ ਦਿੰਦੇ ਸਨ। ਨਾਮ ਬਖਤ ਮਲ ਤਾਰਾ ਚੰਦ। ਇੱਕ ਮਸੰਦ ਦਾ ਨਾਮ ਭਾਈ ਬਖਤਮਲ ਤੇ ਇੱਕ ਦੂਸਰੇ ਮਸੰਦ ਦਾ ਨਾਮ ਤਾਰਾ ਚੰਦ ਹੈ। ਪ੍ਰਥਮ ਮਹਿ ਦੋਏ ਮਸੰਦ ਬਿਲੰਦ। ਇਸ ਤਰ੍ਹਾਂ ਪ੍ਰਥਮ ਸਿਵਰ ਕਰਕੇ ਸ਼ੁਭ ਥਾਨ ਪਹਿਲਾਂ ਆਉਂਦਿਆਂ ਰਾਹ ਦੇ ਵਿੱਚ ਇੱਕ ਥਾਂ ਤੇ ਉਹਨਾਂ ਨੇ ਡੇਰਾ ਕੀਤਾ। ਘਰ ਪਦ ਬਦਨ ਪਖਾਰੇ ਪਾਨ। 5 ਇਸ਼ਨਾਨਾ ਕੀਤਾ ਹੈ। ਦੋਵੇਂ ਹੱਥ, ਦੋਵੇਂ ਪੈਰ ਤੇ ਮੁਖ ਨੂੰ ਧੋਣਾ, ਇਸ ਨੂੰ 5 ਇਸ਼ਨਾਨਾ ਕਹਿੰਦੇ ਹਨ। ਇਸ ਤਰ੍ਹਾਂ ਇੱਕ ਥਾਂ ਤੇ ਉਹਨਾਂ ਨੇ ਡੇਰਾ ਕੀਤਾ ਹੈ ਤੇ ਸਾਰੀਆਂ ਸੰਗਤਾਂ ਦੇ ਸਮੇਤ 5 ਇਸ਼ਨਾਨਾ ਕੀਤਾ ਹੈ। ਨਿਜ ਨਿਜ ਭੇਟ ਲਿਏ ਕਰਨੀ ਕੀ। ਇਸ ਤਰ੍ਹਾਂ ਆਪੋ ਆਪਣੀਆਂ ਭੇਟਾਵਾਂ ਜਿਹੜੀਆਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਨੀਆਂ ਨੇ, ਉਹਨਾਂ ਨੇ ਬਹੁਤ ਸੋਹਣੀਆਂ ਸੋਹਣੀਆਂ ਸੰਗਤਾਂ ਨੇ ਭੇਟਾਵਾਂ ਲਈਆਂ ਹਨ। ਕਰਨ ਭਾਵਨਾ ਪੂਰਨ ਜੀ ਕੀ। ਗੁਰੂ ਘਰ ਵਿੱਚ ਭੇਟ ਕਰਨੀ ਹੈ, ਕੋਈ ਚੰਗੀ ਚੀਜ਼ ਹੀ ਭੇਟ ਕਰਾਂਗੇ ਨਾ। ਇਹ ਸਾਧ ਸੰਗਤ ਜੀ ਭਾਵਨਾ ਹੋਣੀ ਚਾਹੀਦੀ ਹੈ ਕਿ ਕੋਈ ਵੀ ਮਾੜੀ ਚੀਜ਼ ਨਾ ਭੇਟ ਕਰੀਏ। ਇਸ ਤਰ੍ਹਾਂ ਸਾਧ ਸੰਗਤ ਜੀ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ ਕਿ ਭੇਟ ਲਿਏ ਕਰਨੀ ਕੀ। ਸੋਹਣੀ ਭੇਟਾ ਜਿਹੜੀ ਹੈ ਗੁਰੂ ਘਰ ਦੇ ਵਿੱਚ ਅਰਪਣ ਕਰਨੀ ਚਾਹੀਦੀ ਹੈ। ਸਤਿਗੁਰ ਕੇ ਦਰਸ਼ਨ ਕੋ ਚਾਲੇ। ਜਿੰਨੇ ਕੁ ਸ਼ਕਤੀ ਅਨੁਸਾਰ ਭੇਟਾਵਾਂ ਲੈ ਕਰਕੇ, ਸੋਹਣੀਆਂ ਸੋਹਣੀਆਂ ਭੇਟਾਵਾਂ ਲੈ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਚੱਲੀਆਂ ਹਨ ਸੰਗਤਾਂ। ਜਿਸ ਹਿਤ ਗਮਨੇ ਪੰਥ ਵਿਸਾਲੇ। ਜਿਹਦੇ ਵਾਸਤੇ ਸਾਰਾ ਇੰਨਾ ਲੰਬਾ ਪੈਂਡਾ ਤੁਰ ਕਰਕੇ ਸੰਗਤਾਂ ਜਿਹੜੀਆਂ ਨੇ ਆਈਆਂ ਹਨ। ਸ੍ਰੀ ਹਰਗੋਬਿੰਦ ਸਭਾ ਲਗਾਏ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦੀਵਾਨ ਸਜ ਰਿਹਾ ਹੈ, ਸਭਾ ਵਿਛੀ ਹੈ, ਦਰਬਾਰ ਸਜ ਰਿਹਾ ਹੈ। ਜਨ ਉਡਗਨ ਮਹਿ ਚੰਦ ਸੁਹਾਏ। ਕਵੀ ਜੀ ਦ੍ਰਿਸ਼ਟਾਂਤ ਦਿੰਦੇ ਨੇ ਕਿ ਇੰਨਾ ਸੋਹਣਾ ਦਰਬਾਰ ਸਜ ਰਿਹਾ ਹੈ, ਮਾਨੋ ਕਿ ਗੁਰੂ ਦੇ ਸਿੱਖ ਜਿਹੜੇ ਨੇ ਤਾਰੇ ਸਵਾਂਗ ਨੇ ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੰਦਰਮਾ ਦੇ ਵੱਤ ਪ੍ਰਕਾਸ਼ਮਾਨ ਹੋ ਰਹੇ ਹਨ। ਸਿੱਖ ਸੂਰਨ ਮੈਂ ਇੰਦਰ ਸਮਾਨਾ। ਦੂਸਰਾ ਦ੍ਰਿਸ਼ਟਾਂਤ ਦਿੰਦੇ ਨੇ ਜਿਵੇਂ ਸਾਧ ਸੰਗਤ ਜੀ ਦੇਵਤਿਆਂ ਦੀ ਸਭਾ ਦੇ ਵਿੱਚ ਇੰਦਰ ਸੁਭਾਇਮਾਨ ਹੁੰਦਾ ਹੈ, ਤਿਵੇਂ ਸਤਿਗੁਰੂ ਜੀ ਦੇਵਤੇ ਨੇ ਨਾ ਸਾਧ ਸੰਗਤ ਜੀ ਜਿਨ ਮਾਨਖ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਜਿਹੜਾ ਗੁਰੂ ਘਰ ਦੇ ਵਿੱਚ ਆਣ ਕਰਕੇ ਗੁਰੂ ਗੁਰੂ ਜਪਦਾ ਉਹ ਮਨੁੱਖ ਤੋਂ ਦੇਵਤਾ ਬਣ ਜਾਂਦਾ ਹੈ। ਦੇਵਤਿਆਂ ਦੇ ਵਿੱਚ ਇੰਦਰ ਦੇ ਸਮਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਫੱਬ ਰਹੇ ਨੇ। ਉਸ ਤਰ੍ਹਾਂ ਹਜ਼ਾਰਾਂ ਹੀ ਲੱਖਾਂ ਹੀ ਇੰਦਰ ਜਿਹੜੇ ਨੇ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਵੀ ਬਰਾਬਰੀ ਨਹੀਂ ਕਰ ਸਕਦੇ। ਗੁਰੂ ਤਾਂ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੈ, ਪਰ ਉਸ ਸਮੇਂ ਦਰਬਾਰ ਕਿਵੇਂ ਸਜ ਰਿਹਾ ਹੈ
ਇਹ ਕਾਵ ਕਲਪਨਾ ਜਿਹੜੀ ਹੈ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ, ਦ੍ਰਿਸ਼ਟਾਂਤ ਦਿੱਤਾ ਹੈ। ਚੌਹ ਦਿਸ ਕਰ ਜੋਰਤ ਨਰ ਖਰੇ, ਸਾਰੇ ਪਾਸੇ ਚਾਰੇ ਦਿਸ਼ਾਵਾਂ ਪਾਸੇ ਦੋਵੇਂ ਹੱਥ ਜੋੜ ਕਰਕੇ ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਸੰਗਤਾਂ ਖੜੀਆਂ ਹਨ। ਬੰਦਨ ਹੋਤ ਦ੍ਰਿਸ਼ਟ ਜਿਤ ਕਰੈ, ਜਿੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਿਗਾਹ ਕਰਦੇ ਨੇ ਨਾ, ਜਿਸ ਪਾਸੇ ਤੱਕਦੇ ਨੇ, ਜਿਸ ਪਾਸੇ ਵੇਖਦੇ ਨੇ, ਉੱਥੋਂ ਦੀਆਂ ਸੰਗਤਾਂ ਹੀ ਦੋਵੇਂ ਹੱਥ ਜੋੜ ਕਰਕੇ ਸਿਰ ਨਿਵਾਉਂਦੀਆਂ ਨੇ, ਅਦਬ ਕਰਦੀਆਂ ਨੇ। ਇਹ ਸਤਿਕਾਰ ਹੋਣਾ ਚਾਹੀਦਾ ਹੈ, ਸਤਿਗੁਰੂ ਜੀ ਦਾ ਅਦਬ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਦਾ ਅਦਬ ਹੀ ਗੁਰੂ ਦੇ ਸਿੱਖ ਦੇ ਹਿਰਦੇ ਵਿੱਚ ਪ੍ਰੇਮ ਪਰਪੱਕ ਕਰਦਾ ਹੈ। ਜੇ ਅਦਬ ਨਹੀਂ, ਗੁਰੂ ਦਾ ਸਤਿਕਾਰ ਨਹੀਂ, ਗੁਰੂ ਦਾ ਅਦਬ ਨਹੀਂ, ਫਿਰ ਸਾਧ ਸੰਗਤ ਜੀ ਨਿਸ਼ਰਦਕਪੁਣਾ ਵਧੇਗਾ, ਫਿਰ ਗੁਰੂ ਤੋਂ ਛੱਡ ਕਰਕੇ ਬੇਮੁਖ ਹੋਵਾਂਗੇ। ਇਸ ਕਰਕੇ ਮਨ ਦੇ ਵਿੱਚ ਇਹ ਭਾਵਨਾ, ਅਦਬ ਜਿਹੜਾ ਹੈ, ਡਰ ਜਿਹੜਾ ਹੈ ਗੁਰੂ ਦਾ, ਉਹ ਹੋਣਾ ਜ਼ਰੂਰੀ ਹੈ। ਹਿਰਦੈ ਗਿਆਨ ਘਨ ਅੰਤਰ ਜਾਮੀ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹਿਰਦੇ ਦਾ ਗਿਆਨ ਬ੍ਰਹਮ ਗਿਆਨ ਹੈ, ਕਰੋੜਾਂ ਸੂਰਜਾਂ ਦਾ ਗਿਆਨ ਹੈ ਜੀ। ਕਰੋੜਾਂ ਅਰਬਾਂ ਖਰਬਾਂ ਸੂਰਜਾਂ ਦਾ ਗਿਆਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹਿਰਦੇ ਵਿੱਚ ਹੈ। ਪ੍ਰਕਾਸ਼ ਹੀ ਪ੍ਰਕਾਸ਼ ਹੈ ਅਤੇ ਅੰਦਰਲਾ ਗਿਆਨ ਅੰਤਰਜਾਮੀ ਹੈ। ਅੰਤਰਜਾਮੀ ਮਤਲਬ ਅੰਦਰ ਦਾ, ਜਾਮੀ ਕਹਿੰਦੇ ਨੇ ਗਿਆਨ। ਪੰਜਾਬੀ ਦੇ ਵਿੱਚ ਜੱਜਾ ਜਿਹੜਾ ਹੈ ਉਹ ਸੰਸਕ੍ਰਿਤ ਦੇ ਵਿੱਚ ਗੱਗਾ ਬਣਦਾ ਹੈ। ਸੰਸਕ੍ਰਿਤ ਦਾ ਗਿਆਨ ਅਤੇ ਪੰਜਾਬੀ ਦੇ ਵਿੱਚ ਸਾਧ ਸੰਗਤ ਜੀ ਗਿਆਨ, ਜਾਨ ਤੋਂ ਗਿਆਨ, ਗਿਆਨ ਅਤੇ ਗਿਆਨ। ਸਾਧ ਸੰਗਤ ਜੀ ਸੰਸਕ੍ਰਿਤ ਵਿੱਚ ਦੋ ਪਦ ਆਉਂਦੇ ਨੇ, ਗੱਗਾ ਅਤੇ ਜੱਜਾ, ਗਿਆਨ। ਇਹ ਦੋਵੇਂ ਸਾਧ ਸੰਗਤ ਜੀ ਗਿਆਨ ਦੇ ਵਾਸਤੇ ਵਰਤੇ ਜਾਂਦੇ ਹਨ। ਪੰਜਾਬੀ ਦੇ ਵਿੱਚ ਉਹ ਜਾਨ ਬਣਦਾ ਹੈ, ਬ੍ਰਹਮ ਗਿਆਨ। ਇਸ ਤਰ੍ਹਾਂ ਅੰਦਰਲੇ ਜਾਣਦੇ ਨੇ। ਜਿੱਥੇ ਮਨੁੱਖ ਦਾ ਫੁਰਨਾ ਉੱਠਦਾ ਹੈ ਨਾ, ਜਿੱਥੇ ਬੰਦੇ ਦੇ ਵਿਚਾਰ ਪੈਦਾ ਹੁੰਦੇ ਨੇ, ਉੱਥੇ ਹੀ ਪਰਮਾਤਮਾ ਬੈਠਾ ਹੈ। ਉਹ ਇਸ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੰਦਰਲੀ ਜਾਣਦੇ ਨੇ। ਸਾਰਿਆਂ ਦੀ ਘਟਾਂ ਘਟਾਂ ਦੀ ਜਾਣਨ ਵਾਲੇ ਹਨ, ਹਿਰਦੇ ਹਿਰਦੇ ਦੇ ਅੰਤਰਜਾਮੀ ਹਨ। ਵਹਿਰ ਕ੍ਰਿਤ ਨਰਪਤ ਜਿਮ ਸੁਆਮੀ, ਜਿਵੇਂ ਸਾਧ ਸੰਗਤ ਜੀ ਵਹਿਰ ਕ੍ਰਿਤ, ਬਾਹਰਲੇ ਕ੍ਰਿਤ, ਬਾਹਰਲੀ ਜਿਹੜੀ ਕਿਰਿਆ ਹੈ, ਨਰਪਤ ਕਹਿੰਦੇ ਨੇ ਸਾਧ ਸੰਗਤ ਜੀ, ਰਾਜਾਂ ਦੇ ਸਮਾਨ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੰਦਰ ਇੱਕ ਦਰਵੇਸ਼ ਨੇ, ਬ੍ਰਹਮ ਗਿਆਨੀ ਨੇ, ਮਹਾਂਪੁਰਖ ਨੇ, ਵੈਰਾਗੀ ਤਿਆਗੀ ਨੇ, ਸਾਧੂ ਨੇ, ਪਰਮ ਮਹਾਂਗੁਰੂ ਨੇ। ਸਤਿਗੁਰੂ ਜੀ ਦੇਵਤਿਆਂ ਨਾਲੋਂ ਵੱਡੇ ਗੁਰੂ ਦੇਵਤੇ ਨੇ, ਅੰਦਰੋਂ ਅਤੇ ਬਾਹਰੋਂ ਰਾਜੇਵਤ ਉਹਨਾਂ ਦੀ ਸ਼ੋਭਾ ਹੈ। ਚਮਰ ਚਾਰ ਢੋਰਤ ਹੈ ਖਰੇ, ਬੜਾ ਹੀ ਸੋਹਣਾ ਚੌਰ ਸਾਹਿਬ ਚਾਰੇ ਪਾਸਿਓਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਉੱਤੇ ਝੁੱਲ ਰਿਹਾ ਹੈ। ਅਗਰ ਅਰਦਾਸ ਮੇਂ ਬਰੋ ਕਰੇ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਮੇਵੜਾ ਸਿੱਖ ਜਿਹੜਾ ਹੈ ਅਰਦਾਸ ਕਰਦਾ ਹੈ। ਗੁਰੂ ਘਰ ਦੇ ਵਿੱਚ ਮੇਵੜਾ ਸ਼ਬਦ ਜਿਹੜਾ ਹੈ ਉਸ ਨੂੰ ਕਹਿੰਦੇ ਸਨ, ਜਿਹੜਾ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆਈ ਗਈ ਸੰਗਤਾਂ ਦੀ ਅਰਦਾਸ ਕਰੇ। ਜਿਹੜਾ ਸਾਧ ਸੰਗਤ ਜੀ ਆਏ ਗਏ ਸਿੱਖ ਦੀ ਸੰਗਤਾਂ ਦਾ ਖਿਆਲ ਰੱਖੇ, ਉਹਨੂੰ ਮੇਵੜਾ ਸਿੱਖ ਕਿਹਾ ਜਾਂਦਾ ਸੀ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਮੇਵੜੇ ਸਿੱਖ ਅਰਦਾਸ ਕਰਦੇ ਹਨ। ਜਿਤ ਤਿਸ ਕੀ ਸੰਗਤ ਲੈ ਨਾਮ, ਜਿੱਥੋਂ ਕਿੱਥੋਂ ਵੀ ਸਾਧ ਸੰਗਤ ਜੀ ਸੰਗਤਾਂ ਜਿਹੜੀਆਂ ਨੇ ਆਉਂਦੀਆਂ ਨੇ, ਉਹਨਾਂ ਦਾ ਨਾਮ ਲੈ ਕਰਕੇ ਕਰਹਿ ਬਿਲੋਚਨ ਤਿਤ ਅਬਰਾਮ, ਕਰਹਿ ਬਿਲੋਚਨ ਵੇਖਣਾ ਕਰਦੇ ਨੇ ਸਾਰੀਆਂ ਸੰਗਤਾਂ ਵਾਲੇ ਪਾਸੇ। ਬੜੇ ਸੋਹਣੇ ਸਾਰੇ ਹੀ ਦਰਬਾਰ ਦੇ ਵਿੱਚ ਫਬ ਰਹੇ ਹਨ। ਇਤਨੇ ਮਹਿ ਦੋਨੋਂ ਚਲ ਆਏ, ਇੰਨੇ ਕੁ ਸਾਧ ਸੰਗਤ ਜੀ ਸਮੇਂ ਵਿੱਚ ਦੋਵੇਂ ਜਿਹੜੇ ਮਸੰਦ ਨੇ, ਬਖਤਮਲ ਅਤੇ ਤਾਰਾ ਚੰਦ, ਇਹ ਦੋਵੇਂ ਚੱਲ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ ਹਨ। ਜਿਨ ਕੇ ਥੂਲ ਦਹੇ ਦ੍ਰਿਸ਼ਟਾਏ, ਜਿਨ੍ਹਾਂ ਦੇ ਥੂਲ ਕਹਿੰਦੇ ਨੇ ਅਸਥੂਲ ਸਰੀਰ ਜਿਹੜੇ ਨੇ, ਬਾਹਰਲੇ ਸਰੀਰ ਬੜੇ ਭਾਰੇ ਹਨ, ਬੜੇ ਮੋਟੇ ਹਨ। ਜੋਰਤ ਹੱਥਨ ਆਏ ਅਗਾਰੀ, ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਗੇ ਆਏ ਹਨ ਦੋਵੇਂ ਮਸੰਦ। ਮਨੁਜ ਹਜ਼ਾਰੋਂ ਸਿੱਖ ਪਿਛਾਰੀ, ਜਿਨ੍ਹਾਂ ਦੇ ਪਿੱਛੇ ਹਜ਼ਾਰਾਂ ਹੀ ਸਿੱਖ ਸੰਗਤਾਂ
ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਈਆਂ ਹਨ। ਚਰਨ ਕਮਲ ਪਰ ਸਿਰ ਨਿਜ ਧਾਰੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕਮਲ ਸਰੀਖੇ ਚਰਨਾਂ ਦੇ ਵਿੱਚ ਦੋਵੇਂ ਮਸੰਦਾਂ ਨੇ ਮੱਥਾ ਟੇਕਣਾ ਕੀਤਾ। ਹਾਥਨ ਸਾਥ ਪਲੋਸਤ ਪਿਆਰੇ। ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਦੋਵੇਂ ਮਸੰਦਾਂ ਦੇ ਸਿਰ ਦੇ ਉੱਤੇ ਹੱਥ ਫੇਰਿਆ ਹੈ, ਪਲੋਸਣਾ ਕੀਤਾ ਹੈ। ਤਿਮ ਹੀ ਸਭ ਸੰਗਤ ਪਰ ਪਾਇਨ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੇ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਣ ਕਰਕੇ ਮੱਥਾ ਟੇਕਣਾ ਕੀਤਾ। ਆਪਣੀ ਆਪਣੀ ਅਰਪ ਉਪਾਇਨ। ਆਪੋ ਆਪਣੀਆਂ ਜਿਹੜੀਆਂ ਭੇਟਾਵਾਂ ਉਹਨਾਂ ਨੇ ਲਈਆਂ ਸਨ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕੀਤੀਆਂ ਹਨ। ਸਫਲ ਬਿਲੋਚਨ ਕਰਤ ਨਿਹਾਰੇ। ਕਹਿੰਦੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ ਨੇਤਰ ਸਫਲ ਹੁੰਦੇ ਨੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਦੇ ਨਾਲ ਸਿਰ ਸਫਲਾ ਹੁੰਦਾ ਹੈ। ਸਤਿਗੁਰੂ ਜੀ ਦੇ ਚਰਨਾਂ ਦੇ ਨੂੰ ਹੱਥ ਲਾਉਣ ਦੇ ਨਾਲ ਹੱਥ ਸਫਲੇ ਹੁੰਦੇ ਨੇ। ਸਤਿਗੁਰੂ ਜੀ ਦੇ ਦਰਬਾਰ ਵਿੱਚ ਚੱਲ ਕਰਕੇ ਆਉਣ ਦੇ ਨਾਲ ਪੈਰ ਸਫਲੇ ਹੁੰਦੇ ਹਨ। ਨਹਿ ਤ੍ਰਿਪਤੈ ਹੋਵਤ ਬਲਿਹਾਰੇ। ਕਹਿੰਦੇ ਨੇਤਰ ਨੇ ਦਰਸ਼ਨ ਕਰ ਕਰਕੇ ਰੱਜਦੇ ਨਹੀਂ। ਇੰਨਾ ਸੋਹਣਾ ਸੁਨੱਖਾ ਸਰੂਪ ਹੈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਕਿ ਦਰਸ਼ਨ ਕਰਦਿਆਂ ਕਰਦਿਆਂ ਨੇਤਰ ਰੱਜਦੇ ਨਹੀਂ। ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਕ ਟੱਕ ਲਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਵੱਲ ਤੱਕਦੀਆਂ ਹਨ। ਧੰਨ ਧੰਨ ਚੋਹ ਦਿਸ ਤੇ ਕਰੇ। ਧੰਨ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਇਸ ਤਰ੍ਹਾਂ ਸਾਰੀਆਂ ਸੰਗਤਾਂ ਜਪਦੀਆਂ ਹਨ। ਹਲਤ ਪਲਤ ਕੇ ਰੱਖਿਅਕ ਅਹ। ਇਹ ਸਾਧ ਸੰਗਤ ਜੀ ਕਹਿੰਦੀਆਂ ਨੇ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਲੋਕ ਦੇ ਵੀ ਅਤੇ ਪਰਲੋਕ ਦੇ ਵੀ ਰਾਖੇ ਨੇ। ਇਸ ਲੋਕ ਵਿੱਚ ਵੀ ਸਾਡੀ ਬਾਂਹ ਫੜਨਗੇ ਅਤੇ ਪਰਲੋਕ ਵਿੱਚ ਵੀ ਸਾਡੀ ਬਾਂਹ ਫੜਨਗੇ। ਇਸ ਕਰਕੇ ਸੰਗਤਾਂ ਪਟਨਾ ਸਾਹਿਬ ਤਖਤ ਸਾਹਿਬ ਆਈਆਂ ਨੇ। ਬਾਲਾ ਪ੍ਰੀਤਮ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਅਰਜ਼ੋਈ ਕਰੀਏ, ਭਾਵਨਾ ਰੱਖੀਏ। ਹੇ ਗੁਰੂ ਮਹਾਰਾਜ ਬਾਲਾ ਪ੍ਰੀਤਮ ਜੀ, ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਸਾਡੀ ਬਾਂਹ ਫੜਿਓ ਜੀ। ਇਸ ਤਰ੍ਹਾਂ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਗੁਰੂ ਮਹਾਰਾਜ, ਸਾਨੂੰ ਹੋਰ ਕਿਸੇ ਦਾ ਆਸਰਾ ਨਹੀਂ, ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ, ਸਾਨੂੰ ਗਰੀਬਾਂ ਨੂੰ ਆਪ ਜੀ ਦਾ ਹੀ ਆਸਰਾ ਹੈ। ਇਹ ਭਾਵਨਾ ਰੱਖਣੀ ਹੈ, ਇਹ ਸ਼ਰਧਾ ਰੱਖਣੀ ਹੈ ਬਾਲਾ ਪ੍ਰੀਤਮ ਜੀ ਦੇ ਦਰਬਾਰ ਦੇ ਵਿੱਚ। ਅਤੇ ਸਾਧ ਸੰਗਤ ਜੀ ਦਰਸ਼ਨ ਕਰਨੇ ਨੇ। ਜਿਹੜਾ ਪੰਘੂੜਾ ਸਾਹਿਬ ਫੋਟੋ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਲੱਗੀ ਹੈ, ਉੱਥੇ ਪੰਘੂੜਾ ਸਾਹਿਬ, ਉੱਥੇ ਸਾਧ ਸੰਗਤ ਜੀ ਭਾਵਨਾ ਰੱਖਣੀ ਹੈ, ਇਹ ਸ਼ਰਧਾ ਰੱਖਣੀ ਹੈ ਕਿ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉੱਥੇ ਬੈਠੇ ਨੇ ਅਤੇ ਸਾਨੂੰ ਵੇਖ ਰਹੇ ਹਨ। ਇਸ ਤਰ੍ਹਾਂ ਭਾਵਨਾ ਰੱਖਣੀ ਹੈ, ਸ਼ਰਧਾ ਰੱਖਣੀ ਹੈ, ਜਿਹਦੇ ਨਾਲ ਸਾਡਾ ਲੋਕ ਅਤੇ ਪਰਲੋਕ ਸਵਰ ਜਾਵੇਗਾ। ਜੁਗਲ ਮਸੰਦਨ ਕੇ ਜੁਤ ਬੈਸੇ। ਇਸ ਤਰ੍ਹਾਂ ਸਾਧ ਸੰਗਤ ਜੀ ਦੋਵੇਂ ਜਿਹੜੇ ਮਸੰਦ ਨੇ ਨਾ, ਉਹ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਣ ਕਰਕੇ ਬੈਠੇ ਹਨ। ਬ੍ਰਿੰਦ ਚਕੋਰ ਚੰਦ ਪਿਖ ਜੈਸੇ। ਮਾਨੋ ਕਿ ਜਿਹੜੇ ਚੱਕਵੇ ਨੇ ਨਾ, ਇੱਕ ਟੱਕ ਲਾ ਕਰਕੇ ਚੰਦਰਮਾ ਦੇ ਵੱਲ ਤੱਕਦੇ ਰਹਿੰਦੇ ਨੇ। ਇੱਕ ਟੱਕ ਲਾ ਕਰਕੇ ਜਦੋਂ ਵੇਖਦੇ ਨੇ ਨਾ, ਉਹਨਾਂ ਦੇ ਮਨ 'ਚ ਕੋਈ ਫੁਰਨਾ ਹੋਰ ਨਹੀਂ ਕੋਈ ਹੁੰਦਾ। ਉਹ ਸਾਧ ਸੰਗਤ ਜੀ ਚੱਕਵੇ ਦਾ ਇਸ ਤਰ੍ਹਾਂ ਜਿਹੜੀ ਚੁੰਝ ਹੈ ਨਾ, ਉਹ ਵੀ ਲਾਲ ਰੰਗ ਦੀ ਹੁੰਦੀ ਹੈ, ਅੱਖਾਂ ਵੀ ਲਾਲ ਰੰਗ ਦੀਆਂ ਹੁੰਦੀਆਂ ਨੇ, ਉਹਨਾਂ ਦੇ ਪੈਰ ਵੀ ਲਾਲ ਰੰਗ ਦੇ ਹੁੰਦੇ ਨੇ। ਅਤੇ ਇਸ ਤਰ੍ਹਾਂ ਇੱਕ ਟੱਕ ਲਾ ਕਰਕੇ ਉਹ ਚੰਦਰਮਾ ਵੱਲ ਤੱਕਦੇ ਰਹਿੰਦੇ ਨੇ। ਇਸ ਤਰ੍ਹਾਂ ਕਵੀ ਜੀ ਉਹਨਾਂ ਦਾ ਦ੍ਰਿਸ਼ਟਾਂਤ ਦਿੰਦੇ ਨੇ ਕਿ ਸੰਗਤਾਂ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ। ਇੱਕ ਟੱਕ ਲਾ ਕਰਕੇ ਰੀਝ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਹੁੰਦੇ ਨੇ। ਜੇ ਭਾਵਨਾ ਨਾਲ, ਪਿਆਰ ਨਾਲ ਇੱਕ ਵਾਰੀ ਵੀ ਇਸ ਜਨਮ ਦੇ ਵਿੱਚ, ਇਸ ਜ਼ਿੰਦਗੀ ਦੇ ਵਿੱਚ ਗੁਰੂ ਮਹਾਰਾਜ ਦੇ ਦਰਸ਼ਨ ਹੋ ਜਾਣ ਅਤੇ ਸਾਧ ਸੰਗਤ ਜੀ ਸੰਸਾਰ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਦੀ ਝਲਕ ਪੈ ਜਾਵੇ, ਸੁਪਨੇ ਦੇ ਵਿੱਚ ਵੀ ਜੇ ਝਲਕ ਪੈ ਜਾਵੇ ਤਾਂ ਵੀ ਮੈਂ ਕਹਿੰਦਾ ਵੀ ਸਾਡੇ ਲੋਕ ਤੇ ਪਰਲੋਕ ਸਵਰ ਜਾਣਗੇ। ਬੂਜੀ ਸਤਿਗੁਰ ਕੁਸਲ ਬਤਾਈ। ਸਤਿਗੁਰੂ ਜੀ ਨੇ ਸੁਖ ਸਾਂਦ ਪੁੱਛਣਾ ਕੀਤੀ ਹੈ। ਇਸ ਤਰ੍ਹਾਂ ਮਨੋ ਕਾਮਨਾ ਸਭ ਨੇ ਪਾਈ। ਇਸ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋਵੇਂ ਮਸੰਦਾਂ ਦੇ ਤਾਈਂ ਸਾਰੀਆਂ ਸੰਗਤਾਂ ਦੇ ਸੁਖ ਸਾਂਦ ਪੁੱਛਣਾ ਕੀਤੀ ਹੈ। ਮਾਨੋ ਕਿ ਮਨੋਕਾਮਨਾਵਾਂ ਜਿਹੜੀਆਂ ਨੇ ਸਾਰੀਆਂ ਹੀ
ਪੁੱਛਣ ਦੇ ਨਾਲ ਹੀ ਸਾਰੀਆਂ ਮਨੋਕਾਮਨਾਵਾਂ ਪ੍ਰਾਪਤ ਹੋ ਗਈਆਂ ਹੋਣ। ਦ੍ਰਿਸ਼ਟ ਮਿਹਰ ਕੀ ਤਿਨ ਪਰ ਡਾਰੀ। ਸਤਿਗੁਰੂ ਜੀ ਨੇ ਦ੍ਰਿਸ਼ਟੀ ਪਾਈ ਹੈ, ਦ੍ਰਿਸ਼ਟੀ ਪਾਈ ਹੈ। ਜਿਵੇਂ ਸਾਧ ਸੰਗਤ ਜੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਮਨ ਦੇ ਬਹੁਤ ਸਾਰੇ ਫੁਰਨੇ ਹੁੰਦੇ ਨੇ, ਮਨ ਦੇ ਬਹੁਤ ਸਾਰੇ ਵਲਵਲੇ ਹੁੰਦੇ ਨੇ, ਅਤੇ ਜਦੋਂ ਗੁਰੂ ਘਰ ਆਈਏ ਮਨ ਇੱਕਦਮ ਠੰਡਾ ਠਾਰ ਹੋ ਜਾਂਦਾ ਹੈ, ਮਨ ਇੱਕਦਮ ਸ਼ਾਂਤ ਹੋ ਜਾਂਦਾ ਹੈ। ਇਹ ਸਾਧ ਸੰਗਤ ਜੀ ਗੁਰੂ ਦੀ ਵਡਿਆਈ ਹੈ। ਭਾਵਨਾ ਰੱਖੀਏ, ਹਿਰਦੇ ਵਿੱਚ ਪ੍ਰੇਮ ਦੇ ਨਾਲ ਹੀ ਸਾਡਾ ਪਾਰ ਉਤਾਰਾ ਹੋਣਾ ਹੈ। ਖੁਸ਼ੀ ਕਰੀ ਸੰਗਤ ਲਖ ਪਿਆਰੀ। ਬਹੁਤਾ ਪਿਆਰ ਵਾਲੀ ਸੰਗਤ ਤੇ ਗੁਰੂ ਮਹਾਰਾਜ ਖੁਸ਼ੀ ਕਰਦੇ ਨੇ। ਪਿਆਰ ਜਿਨ੍ਹਾਂ ਦੇ ਹਿਰਦੇ ਵਿੱਚ, ਜਿਹੜੇ ਪਿਆਰ ਲੈ ਕਰਕੇ ਆਉਂਦੇ ਨੇ, ਉਹਨਾਂ ਦੇ ਲੋਕ ਪਰਲੋਕ ਸਵਾਰਦੇ ਨੇ, ਉਹਨਾਂ ਦੇ ਸੰਸਾਰ ਦੇ ਵੀ ਅਤੇ ਸਾਧ ਸੰਗਤ ਜੀ ਪਰਲੋਕ ਦੇ ਵੀ ਕਾਰਜ ਰਾਸ ਹੁੰਦੇ ਨੇ। ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਨਿਹਾਲ ਕਰ ਰਹੇ ਨੇ। ਇੱਥੇ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ। ਬੂਝੀ ਸਤਿਗੁਰ ਕੁਸਲ ਬਤਾਈ, ਮਨੋ ਕਾਮਨਾ ਸਭਨੇ ਪਾਈ। ਦ੍ਰਿਸ਼ਟ ਮਿਹਰ ਕੀ ਤਿਨ ਪਰ ਡਾਰੀ, ਖੁਸ਼ੀ ਕਰੀ ਸੰਗਤ ਲਖ ਪਿਆਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।